ਜਿਉਂਦਾ ਪੰਜਾਬ ਦੇ ਪੰਜਾਬੀ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਜ਼ਿਲ੍ਹਾ ਮੋਹਾਲੀ ਵਿੱਚ ਬੀਤੇ ਦਿਨੀ ਸਕੂਲੀ ਬੱਸਾਂ ਦੇ ਐਸਡੀਐਮ ਡੇਰਾਬੱਸੀ ਅਤੇ ਖਰੜ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ 30 ਹਜ਼ਾਰ ਰੁਪਏ ਜੁਰਮਾਨੇ ਅਤੇ ਬੱਸਾਂ ਨੂੰ ਜ਼ਬਤ ਕਰਨ ਦਾ ਮਾਮਲਾ ਗਰਮਾ ਗਿਆ ਹੈ। ਬੱਸ ਆਪਰੇਟਰਾਂ ਨੇ ਪ੍ਰਸ਼ਾਸਨ ਤੇ ਬੇਵਜ੍ਹਾ ਪਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਅੱਜ ਇੱਥੇ ਮੋਹਾਲੀ ਸਕੂਲ ਬੱਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਮੋਹਾਲੀ ਪ੍ਰੈਸ ਕਲੱਬ ਵਿੱਚ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਬੋਲਦਿਆਂ ਪ੍ਰਧਾਨ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਬੀਤੇ 2 ਵਰ੍ਹਿਆਂ ਸਮੇਂ ਕਰੋਨਾ ਕਾਲ ਦੌਰਾਨ ਸਕੂਲ ਬੰਦ ਰਹਿਣ ਸਦਕਾ ਪਹਿਲਾਂ ਹੀ ਸਾਡਾ ਵੱਡਾ ਵਿੱਤੀ ਨੁਕਸਾਨ ਹੋ ਚੁੱਕਿਆ ਹੈ। ਸਕੂਲਾਂ ਵਿੱਚ ਨਵਾਂ ਸੈਸ਼ਨ ਸ਼ੁਰੂ ਹੋਣ ਸਦਕਾ ਅਸੀਂ ਪਹਿਲਾਂ ਹੀ ਬੱਸਾਂ ਦਾ ਟੈਕਸ, ਇੰਸ਼ੋਰੈਂਸ ਆਦਿ ਰੀਨਿਊ ਕਰਵਾ ਕੇ ਕਰੀਬ ਹਰੇਕ ਬੱਸ ਉੱਪਰ 1.5 ਤੋਂ 2 ਲੱਖ ਰੁਪਏ ਖਰਚ ਕਰਕੇ ਮੁੜ ਸੜਕ ਉੱਪਰ ਚੱਲਣਯੋਗ ਬਣਾਇਆ ਗਿਆ। ਪਰ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਜ਼ਰੂਰੀ ਉਪਕਰਨਾਂ ਨਾਲ ਲੈਸ ਹੋਣ ਦੇ ਬਾਵਜੂਦ ਸਾਡੀਆਂ ਸਕੂਲੀ ਬੱਸਾਂ ਨੂੰ ਬੇਲੋੜੀ ਚੈਕਿੰਗ ਕਰਕੇ ਤੰਗ ਕੀਤਾ ਜਾ ਰਿਹਾ ਹੈ। ਉਹਨਾਂ ਅੱਗੇ ਦੱਸਿਆ ਕਿ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਦੇ ਸੌਫਟਵੇਅਰ ਦੀ ਖਰਾਬੀ ਕਾਰਨ ਸਾਡੀਆਂ ਬੱਸਾਂ ਦਾ ਰਿਕਾਰਡ ਅਪਡੇਟ ਨਾ ਕਰਨਾ ਅਤੇ ਨਾ ਹੀ ਕਰੋਨਾ ਦੇ 2 ਸਾਲਾਂ ਦੌਰਾਨ ਕੋਈ ਰਾਹਤ ਦੇਣਾ ਅਤੇ ਉਪਰੋਕਤ ਬੱਸਾਂ ਦੀਆਂ 40 ਹਜ਼ਾਰ ਦੀ ਕਿਸ਼ਤ ਦੇਣ ਸਦਕਾ ਸਾਨੂੰ ਦੂਹਰਾ ਨੁਕਸਾਨ ਭੁਗਤਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਪ੍ਰਸ਼ਾਸਨ ਵੱਲੋਂ ਇੱਕਦਮ ਸਕੂਲ ਚਾਲੂ ਕਰ ਦਿੱਤੇ ਅਤੇ ਅਸੀਂ ਜਿਵੇਂ ਕਿਵੇਂ ਕਰਕੇ ਬੱਸਾਂ ਦੀ ਰਿਪੇਅਰ ਕਰਵਾ ਕੇ ਬੱਸਾਂ ਸਕੂਲੀ ਬੱਚਿਆਂ ਲਈ ਉਪਲਬਧ ਕਰਵਾਈਆਂ, ਇਸ ਦੇ ਬਾਵਜੂਦ ਵੀ ਪ੍ਰਸ਼ਾਸਨ ਸਾਡਾ ਸਾਥ ਨਹੀਂ ਦੇ ਰਿਹਾ। ਅਬੋਹਰ ਤੋਂ ਕਾਂਗਰਸੀ ਵਿਧਾਇਕ ਸੰਦੀਪ ਕੁਮਾਰ ਜਾਖੜ ਵੱਲੋਂ ਅਨਾਜ ਮੰਡੀ ਅਬੋਹਰ ਦਾ ਦੌਰਾ ਕੀਤਾ। ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਇਸ ਵਾਰ ਕਿਸਾਨਾਂ ਦੀ ਕਣਕ ਦੀ ਫਸਲ ਦਾ ਝਾੜ ਘੱਟ ਹੋਣ ਕਾਰਨ ਮੰਡੀਆਂ ਵਿੱਚ ਕਣਕ ਦੀ ਆਮਦ ਪਹਿਲਾਂ ਨਾਲੋਂ ਬਹੁਤ ਘੱਟ ਗਈ ਹੈ। ਇਸ ਦੇ ਬਾਵਜੂਦ ਮੰਡੀਆਂ ਵਿੱਚ ਲਿਫਟਿੰਗ ਦਾ ਬਹੁਤ ਬੁਰਾ ਹਾਲ ਹੈ ਅਤੇ ਨਾਲ ਹੀ ਉਹਨਾਂ ਕਿਹਾ ਕਿ ਆਪ ਸਰਕਾਰ ਵੱਲੋਂ ਕਿਸਾਨਾਂ ਦੀ ਫਸਲ ਦੀ ਅਦਾਇਗੀ ਵੀ ਇੱਕ ਹਫ਼ਤੇ ਬਾਅਦ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਦੌਰਾਨ ਕੁਝ ਹੋਰ ਗੱਲਾਂ ਕੀਤੀਆਂ ਜਾਂਦੀਆਂ ਸਨ ਅਤੇ ਹੁਣ ਸਰਕਾਰ ਬਣਨ ਤੋਂ ਬਾਅਦ ਕੁਝ ਹੋਰ ਹੀ ਗੱਲਾਂ ਸਾਹਮਣੇ ਆ ਰਹੀਆਂ ਹਨ। ਨਹੀਂ ਦੇਖੋ, ਲਿਫਟਿੰਗ ਦੀ ਜਿਹੜੀ ਦਿੱਕਤ ਹੈ ਉਹ ਤੁਹਾਡੇ ਸਾਹਮਣੇ ਹੈ। ਹੁਣੇ ਗੱਲ ਕਰ ਰਹੇ ਸੀ, ਅੱਜ ਤੱਕ ਇਸ ਟਾਈਪ ਦਾ ਇੰਨਾ ਡਿਲੇ ਅੱਜ ਤੱਕ ਨਹੀਂ ਹੋਇਆ। ਐਂਡ ਇਸ ਵਾਰੀ ਜਿਵੇਂ ਸੁਰਿੰਦਰ ਜੀ ਮੈਨੂੰ ਹੁਣੇ ਦੱਸ ਰਹੇ ਸੀਗੇ, ਇਸ ਵਾਰ ਤਾਂ ਅਰਾਈਵਲ ਵੀ ਬਹੁਤ ਘੱਟ ਹੈ। ਇੱਕ ਤਾਂ ਝਾੜ ਕਮ ਹੈ, ਉਹਦੀ ਵਜ੍ਹਾ ਨਾਲ। ਦੂਜਾ ਰੇਟ, ਉਮੀਦ ਹੈ ਲੋਕਾਂ ਨੂੰ ਵੀ ਰੇਟ ਉੱਤੇ ਜਾਣਗੇ ਤੇ ਲੋਕ ਹੋਲਡਿੰਗ ਵੀ ਮਤਲਬ ਸਟਾਕ ਵੀ ਕਰ ਰਹੇ ਹੈ। ਐਂਡ ਉਹਦੇ ਬਾਵਜੂਦ ਆ ਤੁਸੀਂ ਵੇਖ ਰਹੇ ਹੋ ਕੀ ਹਾਲ ਹੈ, ਇੰਨਾ ਸਲੋ ਪ੍ਰੋਸੈਸ। ਅੱਜ ਮੌਸਮ ਵੀ ਗੜਬੜ ਹੈ, ਮੌਸਮ ਮੀਂਹ ਹੋਣ ਦੇ ਚਾਂਸ ਹੈਗੇ ਤੇ ਮੈਨੂੰ ਤਿਆਰੀ ਇੰਨੀ ਨਹੀਂ ਲੱਗ ਰਹੀ ਜਿੰਨੀ ਹੋਣੀ ਚਾਹੀਦੀ ਸੀ। ਐਂਡ ਦੂਜਾ ਜਿਹੜਾ ਹੈ ਪੇਮੈਂਟ ਵੀ, ਮਾਨ ਸਾਹਿਬ ਨੇ, ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ 24 ਘੰਟਿਆਂ ਦੇ ਵਿੱਚ ਪੇਮੈਂਟ ਹੋਊਗੀ, ਲੇਕਿਨ ਜਿੰਨੀ ਮੈਨੂੰ ਅਨਿਲ ਜੀ ਹੋਰੀ ਦੱਸ ਰਹੇ ਸੀ ਕਿ 5-6 ਦਿਨ ਦਾ ਰੂਟੀਨ ਦੇ ਵਿੱਚ ਹੀ 5-6 ਦਿਨ ਲੱਗ ਰਹੇ ਪੇਮੈਂਟ ਦੇ ਵਿੱਚ ਵੀ। ਐਂਡ ਇਟ ਇਜ਼ ਅ ਮੈਟਰ ਆਫ ਕੰਸਰਨ। ਮੈਂ ਸੈਕਟਰੀ ਸਾਹਿਬ ਨੂੰ ਵੀ ਮੈਂ ਕਿਹਾ, ਕਿੱਥੇ ਗਏ ਸੈਕਟਰੀ ਸਾਹਿਬ? ਸੈਕਟਰੀ ਸਾਹਿਬ ਨੂੰ ਵੀ ਕਿਹਾ, ਮੈਂ ਡੀਸੀ ਸਾਹਿਬ ਨਾਲ ਵੀ ਗੱਲ ਕੀਤੀ ਹੈ, ਐਸਡੀਐਮ ਸਾਹਿਬ ਨਾਲ ਵੀ ਗੱਲ ਕੀਤੀ ਵੀ ਇਹਨੂੰ ਮੋਨੀਟਰ ਕਰੋ। ਐਂਡ ਕਿਉਂਕਿ ਹੁਣ ਮੌਸਮ ਵੀ ਗੜਬੜ ਹੋ ਗਿਆ ਹੈ, ਐਂਡ ਇਹਨੂੰ ਪ੍ਰੋਸੈਸ ਨੂੰ ਵਧਾਓ ਕਿਉਂਕਿ ਕਿਸਾਨ ਜਿਹੜੇ ਹੈ ਉਹ ਤੰਗ ਹੋ ਰਹੇ ਹੈ। हमें तो अपनों ने लूट लिया, गैरों में कहाँ दम था। इन्हां गल्लां दा प्रगटावा पंजाब कांग्रेस के प्रधान राजा वड़िंग ने रूपनगर विच कीता। उन्हां कहा कि कांग्रेस पार्टी हार दा दर्द हाले तक नहीं भुल्ली। उन्हां ये भी कहा कि जिस कांग्रेसी लीडर ने पिठ पे छुरा मारिया है उस ते कार्रवाई की जाएगी, फिर चाहे वो कितना बड़ा ही लीडर क्यों ना होवे। क्योंकि मैनू बड़े नूं अज 9-10 दिन होए है, मैं पूरे पंजाब दा दौरा कर रहा और पहला आपदे साथी कुछ आप तो ਜਿਹੜੇ ਵੱਡੇ ਨੇ ਸੀਨੀਅਰ ਆਗੂ ਸਾਹਿਬਾਨ ਨੇ ਕਾਂਗਰਸ ਪਾਰਟੀ ਦੇ, ਕਈ ਬਿਰਿੰਦਰ ਵਰਗੇ ਛੋਟੇ ਭਰਾ ਨੇ, ਉਹਨਾਂ ਵੱਡਿਆਂ ਤੋਂ ਆਸ਼ੀਰਵਾਦ ਲੈਣ ਵਾਸਤੇ ਤੇ ਛੋਟਿਆਂ ਦਾ ਸਾਥ ਲੈਣ ਵਾਸਤੇ, ਉਹਨਾਂ ਦੀਆਂ ਸਲਾਹ ਮਸ਼ਵਰਾ ਲੈਣ ਵਾਸਤੇ ਮੈਂ ਅੱਜ ਹਰੇਕ ਵਿਅਕਤੀ ਦੇ ਘਰ ਘਰ ਜਾਣ ਦਾ ਪ੍ਰੋਗਰਾਮ ਰੱਖਿਆ। वेरी गुड। सो मेरे मन च एक इच्छा है कि असी एक नवी कांग्रेस बनाइए। नवी कांग्रेस तो भाव ये नहीं है कि पुराने लोगों को बदल दिए। नवी कांग्रेस तो भाव है कि
ਇਹਦੇ ਕਾਇਦੇ ਕਾਨੂੰਨ ਹੁਣ ਨਵੇਂ ਬਣਾਈਏ, ਜਿਹੜੇ ਪੁਰਾਣੇ 20 ਸਾਲ ਪਹਿਲਾਂ ਹੋਇਆ ਕਰਦੇ ਸੀ ਉਹਨਾਂ ਕਾਇਦੇ ਕਾਨੂੰਨਾਂ ਤੇ ਵਾਪਸ ਆਈਏ। ਕਾਂਗਰਸ ਪਾਰਟੀ, ਅਸੀਂ ਲੋਕ ਦਫ਼ਤਰਾਂ 'ਚ ਬਹਿ ਕੇ ਸੱਤਾ ਮਾਣ ਕੇ ਕਾਂਗਰਸ ਪਾਰਟੀ ਦੀ ਜਿਹੜੀ ਵਰਕਿੰਗ ਆ ਉਹਨੂੰ ਭੁੱਲ ਗਏ। ਮੈਨੂੰ ਲੱਗਦਾ ਮੈਂ ਚਾਹੁੰਦਾ ਜਿਹੜੀ ਨਵੀਂ ਕਾਂਗਰਸ ਹੋਵੇ ਉਹ ਤੁਹਾਡੇ ਵਿਚਾਰਾਂ ਦੀ ਕਾਂਗਰਸ ਹੋਵੇ, ਤੁਹਾਨੂੰ ਪੁੱਛ ਕੇ ਕੰਮ ਕੀਤੇ ਜਾਣ, ਤੁਹਾਡੇ ਪੁੱਛ ਕੇ ਪ੍ਰੋਗਰਾਮ ਲਿਖੇ ਜਾਣ, ਕਿਸ ਤਰ੍ਹਾਂ ਦੀਆਂ ਲੜਾਈਆਂ ਲੜਨੀਆਂ। ਇਹ ਨਹੀਂ ਕਿ ਕੋਈ ਪ੍ਰੋਗਰਾਮ ਕੋਈ ਥੋਪ ਦਿੱਤਾ ਜਾਵੇ ਤੁਹਾਡੇ ਤੇ। ਔਰ ਨਵੀਂ ਕਾਂਗਰਸ ਇਹ ਯਾਦ ਰੱਖੇ, ਜਿਹੜਾ ਅਕਸਰ ਹੀ ਭੁੱਲ ਜਾਂਦੇ ਆ ਕਿ ਜਿਹੜੇ ਸੱਤਾ ਵਿੱਚ ਲਿਆਉਣ ਵੇਲੇ ਵਰਕਰ ਕੋਈ ਹੋਰ ਹੁੰਦਾ ਤੇ ਸੱਤਾ ਮਾਨਣ ਵੇਲੇ ਸਾਡੇ ਵਰਕਰ ਕੋਈ ਹੋਰ ਹੁੰਦਾ। ਸੋ ਅਸੀਂ ਇਹ ਚਾਹੁੰਦੇ ਹਾਂ ਕਿ ਉਹ ਪਰਖ ਕਰੀਏ, ਇਹ ਵੀ ਪਰਖ ਕਰੀਏ ਜਿਹੜਾ ਆਪਦਾ ਘਰ ਨੂੰ ਠੀਕ ਕਰਨਾ ਹੈ, ਡਿਸਿਪਲਿਨ ਪੈਦਾ ਕਰਨਾ ਹੈ। ਕਈ ਲੋਕ ਰੋਪੜ ਦੇ ਵਿੱਚ ਤਾਂ ਹੋਰ ਕਿਸੇ ਪਾਰਟੀ ਦੇ ਨਾਲ ਹੈ, ਲੇਕਿਨ ਜਦੋਂ 15 ਸੈਕਟਰ 'ਚ ਰਾਜੇ ਵੜਿੰਗ ਨੂੰ ਬੁੱਕੇ ਦਿੰਦੇ ਆ ਤਾਂ ਉਹ ਹੋਰ ਕਿਸੇ ਪਾਰਟੀ ਨਾਲ, ਉੱਥੇ ਕਹਿੰਦੇ ਮੇਰੀ ਪ੍ਰਧਾਨ ਨਾਲ ਸਿੱਧੀ ਹੈ, ਪਰ ਇੱਥੇ ਮੈਂ ਕਾਂਗਰਸ ਦੀ ਮਦਦ ਨਹੀਂ ਕਰਾਂਗਾ। ऐसा ये दौर ते ऐसा ये मौसम ऐसा ये कल्चर मगरले 10-15 साल चलिया। इस करके साडा नुकसान भी होया ते असीं ओहदा खमियाजा भी भुगत रहे। हर व्यक्ति जो कांग्रेस का मुखिया बनिया, मैं बनया, बिरिंदर बनया, कोई होर बनया, उन्हें क्या मैं ही इस कांग्रेस का मालिक हाँ ते मेरे बिना ये कांग्रेस नहीं चल सकती। बहुत सही गल। हालांकि राजा वड़िंग दी या बिरिंदर दी जिहड़ी पहचान है वो कांग्रेस के नाल है। अज तुसी शाम दे वेले इत्थे इकट्ठे होए हो, तुसी राजा वड़िंग कांग्रेस पार्टी दे प्रधान नूं मिलण आए हो। जे मैं प्रधान ना होवां तो तुसीं आखोगे यार छड्ड परे, चल कोई नहीं, फिर की गल है। इस कांग्रेस ने लोकां नूं वड्डा कीता ते अज उन्हां लोकां ने ही सानूं अखां दिखाईਆਂ। उन्हां ने कहा कि मेरे नाल ही कांग्रेस रहेगी, अगर मैं नहीं रहांगा तो कांग्रेस खत्म हो जाएगी। ਇਹ ਕੰਮ दूर करना है। मैं कांग्रेस नूं खड़ा करना है, ना कि राजे वड़िंग नूं खड़ा करना है। बिल्कुल राजे वड़िंग दा कोई धड़ा नहीं होएगा। ते यार मैनू 43 साल की उम्र च पंजाब कांग्रेस कमेटी का प्रधान बनाता, मैं आप दरियां विछाउंदा सी, मैं बूथ ते काम किया, लेवियां पीपे च बना बना के रेहड़ी लैके कन्ना ते लाइए पोस्टर लाए। कोई साडा कोई मेरा बिरिंदर है कोई पिता पुरखी काम थोड़ी है। साडा तो कोई भी बंदा सियासत च ही नहीं सीगा। ऑल इंडिया के प्रधान रह गए 3 बार लगातार, जिथों कांग्रेस पार्टी कदे जित्ती नहीं, उथों 3 बारी लोगों ने लगातार MLA बनाता। पार्लियामेंट चुनाव लड़े ते बादल वाले का साह चढ़ाई रखिया। इस तो वड्डा रब होर की दे सकता कोई। इस तो बाद लालच कोई नहीं है। मंत्री रह गए 3 महीने, 3 महीने की तसल्ली है, नजारा ले लिया बस, मुकदा ही नहीं। थोनू भी आया होना हुण सुखबीर रोंदा नहीं देखोगे, ये 3 महीने ही बादल वाले दी चीकां कढ़ाइयां। हुण होर भी मंत्री है, होर बन गए भी 5 साल का समा। सो अगे कोई इच्छा नहीं है बहुती। मेरी इच्छा है भी जदों 5 सालों नूं दोबारा सत्ता सरकार च लोग आउण, लोग मुख्यमंत्री बन, मंत्री बन, मैं बेशक मैनू मंत्री भी ना बनाउण, पर एक बारी विधान सभा खड़े होकर यह गल कहन कि जिहड़ी आ टीम सी पंजाब प्रदेश कांग्रेस कमेटी दी,
ਜਿਹੜਾ ਪ੍ਰਧਾਨ ਰਾਜਾ ਵੜਿੰਗ ਸੀ ਤੇ ਨਾਲ ਉਹ ਪ੍ਰਧਾਨ ਆਸ਼ੂ ਜੀ ਸਨ, ਜਾਂ ਸਾਥੀ ਲੋਕ ਜ਼ਿਲ੍ਹਾ ਪ੍ਰਧਾਨ ਸਾਹਿਬਾਨ, ਇਹ ਜਿਹੜੀ ਟੀਮ ਨੇ ਮੁੜ ਦੁਬਾਰਾ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਵਾਪਸ ਲਿਆਤੀ। ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਮੋਗਾ ਵਿੱਚ ਅੱਜ ਜ਼ਮਾਨਤ ਦੇ ਬਾਹਰ ਆਏ ਇੱਕ ਨੌਜਵਾਨ ਦਾ ਅਣਪਛਾਤਿਆਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਕਤਲ ਕੀਤੇ ਸ਼ਖਸ ਦੀ ਲਾਸ਼ ਮੋਗਾ ਦੇ ਨਾਲ ਲੱਗਦੇ ਪਿੰਡ ਪੱਤੀ ਮੁਹੱਬਤ ਦੇ ਕੋਲੋਂ ਖੇਤਾਂ ਵਿੱਚੋਂ ਮਿਲੀ। ਪੁਲਿਸ ਮੁਤਾਬਕ ਲਾਸ਼ ਕੋਲੋਂ ਖਾਲੀ ਕਾਰਤੂਸ ਵੀ ਬਰਾਮਦ ਹੋਏ ਹਨ। ਇਸ ਮਾਮਲੇ ਵਿੱਚ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਦੀ ਭਾਲ ਜਾਰੀ ਹੈ। ਸਰ, ਅੱਜ ਇੰਸਪੈਕਟਰ ਸਾਹਿਬ ਐਸਐਚਓ ਮਹਿਣਾ ਜਿਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਕੋਈ ਡੈੱਡ ਬੋਡੀ ਜਿਹੜੀ ਹੈਗੀ ਆ ਭੋਨਾ ਤੋਂ ਚੁੱਪ ਕੀਤੀ ਕੱਚਾ ਰਸਤਾ ਜਿਹੜਾ ਪੁਲ ਸੂਏ ਦੇ ਕੋਲ ਜਿਹੜੀ ਕਿ ਡੈੱਡ ਬੋਡੀ ਪਈ ਆ, ਜਿਹਦੇ ਸਬੰਧ ਦੇ ਵਿੱਚ ਮੌਕੇ ਤੇ ਜਿਹੜੀ ਪੁਲਿਸ ਪਾਰਟੀ ਪੁੱਜੀ ਉੱਥੇ ਜਾ ਕੇ ਜਿਹੜਾ ਇਹ ਡੈੱਡ ਬੋਡੀ ਸੀ ਇਹਦੇ ਬਾਰੇ ਪਤਾ ਲੱਗਿਆ ਵੀ ਇਹ ਜਸਵਿੰਦਰ ਸਿੰਘ ਜੱਸੂ ਪੁੱਤਰ ਗੁਰਮੀਤ ਸਿੰਘ ਜਿਹਦੀ 28 ਸਾਲ ਦੀ ਉਮਰ ਆ, ਪਿੰਡ ਕੋਕਰੀ ਕਲਾਂ ਦਾ ਰਹਿਣ ਵਾਲਾ ਹੈ। ਜਿਹੜੀ ਮੌਕੇ ਤੇ ਪੁੱਜ ਕੇ ਇਹਦੀ ਜਿਹੜੀ ਜਸਵਿੰਦਰ ਸਿੰਘ ਵਜੋਂ ਜਿਹੜੀ ਪਛਾਣ ਹੋਈ ਆ, ਜਿਹਦੀ ਡੈੱਡ ਬੋਡੀ ਮੋਰਚਰੀ ਦੇ ਵਿੱਚ ਸਿਵਲ ਹਸਪੀਟਲ ਦੇ ਵਿੱਚ ਰੱਖੀ ਗਈ ਆ। ਇਹਦੇ ਵਾਰਸਾਂ ਦੇ ਜਿਵੇਂ ਬਿਆਨ ਲਿਖਾਉਣਗੇ ਤੇ ਅਗਲੀ ਤਫਤੀਸ਼ ਜਿਹੜੀ ਅਮਲ 'ਚ ਲਿਆਂਦੀ ਜਾ ਰਹੀ ਹੈ। ਸਰ, ਕਾਰਨ ਦਾ ਨਹੀਂ ਪਤਾ ਲੱਗਿਆ ਵੀ ਕਾਰਨ ਕੀ ਨਿਕਲਦਾ? ਨਹੀਂ, ਇਹਦੇ ਵਾਸਤੇ ਇਨਵੈਸਟੀਗੇਸ਼ਨ ਜਾਰੀ ਹੈ ਜੀ। ਸਰ, ਪਤਾ ਲੱਗਿਆ ਕੋਈ ਇਹਦੇ 'ਚ ਮਾਮਲਾ ਵੀ ਦਰਜ ਸੀਗਾ? ਹਾਂਜੀ, ਇਹ ਤੇ ਇੱਕ ਮੁਕੱਦਮਾ ਪਹਿਲਾਂ ਦਰਜ ਆ ਜੀ। ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ? ਇਹ ਜਿਹੜੇ ਕਿ ਉਹਦੇ ਵਾਰਸ ਜਿਹੜੇ ਪਹੁੰਚ ਰਹੇ ਮੌਕੇ ਤੇ ਉਹਨਾਂ ਦੇ ਬਿਆਨ ਲਿਖਾਉਣ ਤੇ ਜਿਹੜੀ ਅਗਲੀ ਤਫਤੀਸ਼ ਜਿਹੜੀ ਮੁਕੱਦਮਾ ਦਰਜ ਕਰਕੇ ਅਮਲ 'ਚ ਲਿਆਂਦੀ ਜਾ ਰਹੀ ਹੈ। ਵੀਰ ਜੀ, ਕੀ ਨਾਮ ਤੁਹਾਡਾ ਜੀ? ਗੁਰਮੀਤ ਸਿੰਘ ਹੈ ਜੀ। ਵੀਰ ਜੀ, ਜਿਹੜੇ ਬੰਦੇ ਦਾ ਕਤਲ ਹੋਇਆ ਕੀ ਇਹਨਾਂ ਦਾ ਤੁਹਾਡੇ ਨਾਲ ਰਿਸ਼ਤਾ ਹੈ ਤੇ ਕੀ ਕਾਰਨ ਕੀ ਹੋਇਆ ਜਿਹੜਾ ਕਤਲ ਹੋਇਆ? ਇਹ ਮੇਰਾ ਬੇਟਾ ਹੀ ਹੈ ਜੀ। ਕਾਰਨ ਅੱਜ ਕੋਈ ਮੁੰਡਾ ਸੀਗਾ ਜੀ ਪਿੰਡ 'ਚ, ਉਹ ਆ ਕੇ ਸਵੇਰੇ 8 ਵਜੇ ਤਕਰੀਬਨ ਲੈ ਗਿਆ ਵੀ ਮੈਂ ਰਾਸ਼ਨ ਪਾਣੀ ਦੀ ਘਰ ਵਾਸਤੇ ਲੈਣ ਜਾਣਾ। ਉਹਦੇ 'ਚ ਲੈ ਕੇ ਉੱਡ ਗਿਆ ਜੀ ਤੇ ਬਾਅਦ 'ਚੋਂ ਵਾਪਸ ਨਹੀਂ ਆਇਆ। ਫੋਨ ਫਾਨ ਲਾਏ ਅਸੀਂ, ਨਹੀਂ ਪਤਾ ਲੱਗਾ। ਫਿਰ ਸੁੱਚ ਬੰਦ ਆਉਂਦੀ ਸੀ। ਬਾਅਦ 'ਚ ਅਸੀਂ ਜਦੋਂ ਸੁੱਚ ਖੁੱਲ੍ਹੀ ਆਈ ਤੇ ਪੰਜਾਬ ਪੁਲਿਸ ਨੂੰ ਫੋਨ ਲਾ ਕੇ ਇਹਨਾਂ ਕੋਲੇ ਸੀਗਾ ਫੋਨ, ਇਹਨਾਂ ਨੂੰ ਪੁੱਛਿਆ ਜੀ। ਇਹਨਾਂ ਨੇ ਦੱਸਿਆ ਵੀ ਸੱਟਾਂ ਲੱਗੀਆਂ ਉਹਦੇ ਤੇ ਥਾਣੇ ਆ ਜਾਓ। ਅਸੀਂ ਥਾਣੇ ਆ ਗਏ ਸੀਗੇ। ਉਦੋਂ ਬਾਅਦ ਕਹਿੰਦੇ ਵੀ ਮੋਗੇ ਚਲੇ ਜਾਓ। ਇੱਥੇ ਮੋਗੇ ਆ ਗਏ। ਮਾਮਲਾ ਇਹ ਨਹੀਂ ਪਤਾ ਲੱਗਿਆ ਵੀ ਕੀ ਸੀ, ਕੌਣ ਸੀ ਬੰਦੇ ਲਿਜਾਣ ਵਾਲੇ ਤੇ ਕੋਈ ਉਹਨਾਂ ਦੀ ਕੋਈ ਜਾਤੀ ਰੰਜਿਸ਼ ਜਾਂ ਕੋਈ ਜਾਤੀ ਦੁਸ਼ਮਣੀ? ਨਹੀਂ, ਜਾਤੀ ਦੁਸ਼ਮਣੀ ਦਾ ਤਾਂ ਕੋਈ ਬਾਹਲਾ ਨਹੀਂ ਗਾ ਜੀ, ਪਤਾ ਲੱਗੂਗਾ। ਪੁਲਿਸ ਤਬਦੀਸ਼ ਕਰਦੀ ਹੈ ਜੀ। ਮੁੰਡਾ ਵੈਸੇ ਪਿੰਡ 'ਚੋਂ ਸੀਗਾ ਜਿਹੜਾ ਲੈ ਕੇ ਗਿਆ। ਕੌਣ ਸੀ ਜਿਹੜਾ ਲੈ ਕੇ ਆਇਆ ਸੀ? ਆਹੋ, ਹਰਪ੍ਰੀਤ ਆ ਜੀ। ਇਹਨਾਂ ਤੁਹਾਡੇ ਬੇਟੇ ਦੀ ਉਮਰ ਕਿੰਨੀ ਸੀ? 28 ਸਾਲ ਜੀ। ਵਿਆਹ ਹੋਇਆ? ਨਹੀਂ ਜੀ। ਹੁਣ ਤੁਸੀਂ ਕੀ ਮੰਗ ਕਰ ਰਹੇ ਹੋ? ਮੰਗ ਇਹੀ ਕਰਦੇ ਆ ਜੀ ਜਿਨ੍ਹਾਂ ਨੇ ਇਹਨਾਂ ਦਾ ਕੋਈ ਇਹੋ ਜਿਹੀ ਗੱਲਬਾਤ ਕੀਤੀ ਹੈ ਉਹਨਾਂ ਨੂੰ ਵੱਧ ਤੋਂ ਵੱਧ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ। ਅਸੀਂ ਆਪ ਨੂੰ ਵੋਟਾਂ ਪਾਈਆਂ, ਪਰ ਆਪ ਵੀ ਉਹੀ ਕਰ ਰਹੀ ਹੈ ਜਿਹੜੀਆਂ ਪਹਿਲਾਂ ਸਰਕਾਰਾਂ ਕਰਦੀਆਂ ਸਨ। ਇਹ ਕਹਿਣਾ ਹੈ ਦੁਖੀ ਪਤੀ ਪਤਨੀ ਦੀ। ਅੱਜ ਇਨਸਾਫ ਨਾ ਮਿਲਣ ਕਰਕੇ ਪਤੀ ਪਤਨੀ ਨੇ ਆਪਣੇ ਆਪ ਦੇ ਪੈਟਰੋਲ ਪਾ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਕਿਹਾ ਕਿ ਸਾਨੂੰ ਕੁਝ ਲੋਕਾਂ ਨੇ ਸੱਟਾਂ ਮਾਰੀਆਂ, ਫਿਰ ਪੁਲਿਸ ਨੇ ਉਲਟਾ ਸਾਡੇ ਦੇ ਪਰਚਾ ਕਰਨ ਦੀਆਂ ਧਮਕੀਆਂ ਦਿੱਤੀਆਂ ਤੇ ਉਲਟਾ ਪੁਲਿਸ ਵਾਲੇ 1.5 ਲੱਖ ਰੁਪਏ ਦੀ ਮੰਗ ਕਰ ਰਹੇ ਹਨ। ਮਾਮਲਾ ਲੁਧਿਆਣਾ ਦਾ ਹੈ, ਜਿੱਥੇ ਇਨਸਾਫ ਨਾ ਮਿਲਣ ਕਰਕੇ ਇਹ ਮਾਮਲਾ ਪ੍ਰਕਾਸ਼ ਵਿੱਚ ਆਇਆ। ਪੈਟਰੋਲ ਨਾਲ ਲੈ ਕੇ ਆਇਆ ਮੈਂ ਜੀ, ਮੈਂ ਆਪਣੇ ਉੱਤੇ ਪਾ ਕੇ ਹੁਣੇ ਨਾ ਸਾਡੀ ਕਿਸੇ ਨੇ ਸੁਣਵਾਈ ਕੀਤੀ। ਅਸੀਂ ਆ ਦੇਖੋ ਪੈਟਰੋਲ ਆਪਣਾ ਲੈ ਕੇ ਆਏ ਹਾਂ। ਅਸੀਂ ਆਪਣੇ ਤੇ ਸਿੱਟੇ ਨਾਲ ਤੇ ਅੱਗ ਲਾ ਸਾਡੀ ਉਸਨੇ ਸਾਡਾ ਨਹੀਂ ਪਾਲਾਣਾ ਜੀ, ਆਪੇ ਵਾਲਾ ਨਹੀਂ ਆਪਣੇ ਆਪ ਤੇ ਨਹੀਂ ਸਰ ਹੁਣੇ ਲਾ ਲਾਂਗੇ ਜੀ ਇੱਥੇ। ਇਹਨਾਂ ਨੇ ਕੁਛ ਨਹੀਂ ਕੀਤਾ ਜੀ। ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇਹ ਕਹਿਣਾ ਚਾਹੁੰਦੇ ਭਗਵੰਤ ਮਾਨ ਨੂੰ ਕਿ ਅਸੀਂ ਤੁਹਾਨੂੰ ਵੋਟਾਂ ਪਾਈਆਂ ਇਸ ਲਈ ਪਾਈਆਂ ਕਿ ਤੁਸੀਂ ਸਾਡੇ ਉਹਨਾਂ ਦੀ ਸੁਣਨੀ ਹੈ ਜਾਂ ਜਿਹੜੇ ਤੁਹਾਡੇ ਨਾਲ 5 ਸਾਲ ਤੋਂ ਚੱਲਦੇ ਆਏ ਤੁਸੀਂ ਉਹਨਾਂ ਦੀ ਸੁਣਨੀ ਹੈ। ਸਾਨੂੰ ਜਿਤਾਉਣ ਵਾਲੇ ਅਸੀਂ ਆ ਕਿ ਜਿਹੜੇ ਤੁਹਾਡੇ ਨਾਲ 5 ਸਾਲ ਤੋਂ ਚੱਲਦੇ ਆਏ ਉਹ ਜਿਤਾਉਣ ਵਾਲੇ ਆ। ਸਾਡੀ ਕੋਈ ਆਮ ਆਦਮੀ ਦੀ ਕੋਈ ਉਹ ਨਹੀਂ ਹੋ ਰਹੀ ਹੈਗੀ, ਸੁਣਵਾਈ ਹੋ ਰਹੀ ਹੈਗੀ। ਸਭ ਕਹਿ ਰਹੇ ਹੈ ਕਿ ਭਗਵੰਤ ਮਾਨ ਉਹਦੀ ਸੁਣੂਗਾ ਜਿਹੜਾ ਉਹਦੇ ਨਾਲ 5 ਸਾਲ ਤੋਂ ਚੱਲਦਾ ਹੈ। ਅਸੀਂ ਖੁਦੂ ਹੋ ਗਏ, ਅਸੀਂ ਕੁਝ ਨਹੀਂ ਕਰਵਾਇਆ। ਅਸੀਂ ਵੋਟਾਂ ਪਾਈਆਂ ਆਪਣੇ ਪਰਿਵਾਰ ਨੂੰ ਲੈ ਕੇ। ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਈ, ਝਾੜੂ ਨੂੰ ਵੋਟ ਪਾਈ। ਸਾਡੀ ਕੋਈ ਸੁਣਵਾਈ ਨਹੀਂ ਹੈਗੀ। ਉਹ 1.5 ਲੱਖ ਰੁਪਇਆ ਮੰਗ ਰਹੀ। ਮੇਰੇ ਛੋਟੇ ਛੋਟੇ ਤੋਂ ਬੱਚੇ ਆ, ਮੈਂ ਕਿੱਥੋਂ ਉਹਨੂੰ 1.5 ਲੱਖ ਰੁਪਇਆ ਦਵਾਂ? ਕਹਿੰਦੇ ਨਹੀਂ ਤਾਂ ਤੇਰੇ ਤੇ ਅੱਜ 5 ਵਜੇ 326 ਦਾ ਪਰਚਾ ਕੱਟਦਾ। ਸਾਡੇ ਕੋਲ ਕੋਈ ਪੈਸਾ ਨਹੀਂ ਹੈਗਾ। ਸਾਡੇ ਕੋਲ ਆਟੋ ਤੇ ਆਉਣ ਵਾਸਤੇ ਵੀ ਕਿਰਾਇਆ ਨਹੀਂ। ਅਸੀਂ ਕਿਰਾਇਆ ਵੀ ਗੁਆਂਢੀਆਂ ਤੋਂ ਮੰਗ ਕੇ ਲੈ ਕੇ ਆਏ ਸਭ। ਠੀਕ ਹੈ ਨਾ? ਮੈਂ ਤਾਂ ਦੇਖੋ ਮੈਂ ਲੈ ਕੇ ਆਈ ਹਾਂ ਖੜੇ ਮੁੜਿਆ, ਮੈਂ ਲੈ ਕੇ ਆਈ ਮਾਚੀ। ਇੱਕ ਮਿੰਟ, ਮੈਂ ਲੈ ਕੇ ਆਈ ਹਾਂ ਮਾਚੀ ਸਾਹਿਬ ਖੜੋ ਤਾਂ ਸੀ। ਆ ਦੇਖੋ ਜੀ। ਨਹੀਂ ਸਰ, ਪਹਿਲਾਂ ਤਾਂ ਨਾ ਕਮਿਸ਼ਨਰ ਸਾਹਿਬ ਨੂੰ ਬਾਹਰ ਬੁਲਾਓ। ਜੇ ਉਹ ਬਾਹਰ ਨਾ ਆਏ, ਮੈਂ ਆਪਣੇ ਆਪ ਨੂੰ ਇੱਕ ਮਿੰਟ ਮੇਰੀ ਗੱਲ ਸੁਣੋ। ਤੁਸੀਂ ਕਮਿਸ਼ਨਰ ਸਾਹਿਬ ਨੂੰ ਬਾਹਰ ਬੁਲਾਓ। ਮੈਂ ਉਹਨਾਂ ਨੂੰ ਮੈਂ ਆਪਣੇ ਆਪ ਨੂੰ ਅੱਗ ਲਾ ਲੈਣੀ। ਮੈਨੂੰ ਕਿਹੜਾ ਦੁਬਾਰਾ ਪੈਟਰੋਲ ਜਾਂ ਮਾਚੀ ਨਹੀਂ ਮਿਲਣੀ ਕਿ ਜੇ ਉਹਨਾਂ ਨੇ ਮੇਰੀ ਗੱਲ ਬਾਹਰ ਆ ਕੇ ਨਾ ਸੁਣੀ ਨਾ ਮੇਰਾ ਕੋਈ ਹੱਲ ਕੀਤਾ। ਪਹਿਲੀ ਲੈਟਰ ਆ ਜੀ। ਕੋਈ ਨਹੀਂ
ਉਹ ਪਹਿਲੀ ਲੈਟਰ ਹੈ ਜੀ, ਇਹ ਦੂਜੀ ਲੈਟਰ ਆ, ਕੋਈ ਸੁਣਵਾਈ ਨਹੀਂ ਹੁੰਦੀ ਵੀ। ਪਹਿਲਾਂ ਪ੍ਰਤਿੱਗਿਆ ਜਾਨ ਮੈਡਮ ਮਿਲੇ ਕਮਿਸ਼ਨਰ ਸਾਹਿਬ, ਉਹਨਾਂ ਨੇ ਸਾਨੂੰ ਦਿਲਾਸਾ ਦਿੱਤਾ ਵੀ ਤੁਹਾਡੀ ਪੂਰੀ ਕਾਰਵਾਈ ਹੋਊਗੀ ਸੁਣਵਾਈ। ਕੱਲ੍ਹ ਦੇ ਅਸੀਂ ਉੱਥੇ ਇੰਚਾਰਜ ਸਾਹਿਬ ਨੂੰ ਕਹਿ ਰਹੇ ਹਾਂ ਕਿ ਇਨਕੁਆਇਰੀ ਕਰ ਦਿਓ, ਜੇ ਅਸੀਂ ਇਹਦੇ ਬੰਦੇ ਦੇ ਸੱਟ ਮਾਰੀਏ ਸਾਡੇ ਤੇ ਪਰਚਾ ਦੇ ਦਿਓ। ਉਹ ਅਸੀਂ ਉਹਦੇ ਸੱਟ ਹੀ ਨਹੀਂ ਮਾਰੀ, ਉਹਦਾ ਮੁੜ ਕੋਈ ਵੀ ਇਨਕੁਆਰੀ ਨਹੀਂ ਲਾ ਰਿਹਾ, ਉਹਦੇ ਕੋਲ ਕੋਈ ਪ੍ਰੂਫ ਨਹੀਂ ਮੰਗ ਰਿਹਾ ਵੀ ਤੇਰੇ ਕੋਲ ਕੋਈ ਪ੍ਰੂਫ ਹੈਗਾ ਵੀ ਹਾਂ ਤੇਰੇ ਇਸ ਬੰਦੇ ਨੇ ਸੱਟ ਮਾਰੀ ਹੈ। ਉਹ ਕੋਈ ਪ੍ਰੂਫ ਨਹੀਂ ਦੇ ਰਿਹਾ। ਉਹ ਚੌੜਾ ਉਹਦੀ ਕੁਰਸੀ ਤੇ ਬਹਿ ਜਾਂਦਾ, ਜਾ ਕੇ ਕਹਿ ਦਿੰਦਾ ਮੈਂ 26 ਦਾ ਪਰਚਾ ਹੁਣ ਪਵਾਉਣ ਲੱਗਿਆ, ਘੜੀ ਨੂੰ ਪਵਾਉਣ ਲੱਗਿਆ, 10 ਵਜੇ ਪੈ ਜਾਣਾ, 5 ਵਜੇ ਪੈ ਜਾਣਾ। 10 ਦਿਨ ਹੋ ਗਏ ਸਾਨੂੰ ਉਹਨਾਂ ਨੂੰ ਖੁੱਦੜ ਘਰ ਦੇ ਕੋਈ ਰੋਟੀ ਪਾਣੀ ਨਹੀਂ ਪੱਕ ਰਿਹਾ, ਕੋਈ ਕੁਛ ਨਹੀਂ ਪੱਕ ਰਿਹਾ ਹੈਗਾ। ਪਰਸੋਂ ਦੀ ਇੱਕ ਤੱਕ ਹੁਣ ਤੱਕ ਅੰਨ ਢਿੱਡ 'ਚ ਨਹੀਂ ਗਿਆ। ਇੱਦਾਂ ਹੀ ਅਸੀਂ ਪੇਪਰ ਬੇਵਕੂਫ ਵਾਂਗੂ ਘੁੰਮਦੇ, ਕਦੇ ਆਹ ਦਫ਼ਤਰ ਦੇ ਬਾਹਰ, ਕਦੇ ਉਹ ਦਫ਼ਤਰ ਦੇ ਬਾਹਰ, ਕਦੇ ਕਿਹੜੇ ਦਫ਼ਤਰ ਦੇ ਬਾਹਰ, ਕਿਹੜੇ ਦਫ਼ਤਰ ਦੇ ਬਾਹਰ। ਵੀਡੀਓ ਕਰਵਾ ਲਓ ਜਾ ਕੇ, ਹਰ ਇੱਕ ਦਫ਼ਤਰ ਦੇ ਬਾਹਰ ਮੇਰੀ ਵੀਡੀਓ ਮਿਲੂਗੀ, ਮੇਰੇ ਹਸਬੈਂਡ ਦੀ ਵੀਡੀਓ ਮਿਲੂਗੀ। ਕੋਈ ਹੱਲ ਨਹੀਂ ਹੈਗਾ ਜੀ, ਸਾਡਾ ਕੁਛ ਨਹੀਂ ਹੈਗਾ। ਉਸ ਬੰਦੇ ਨੇ ਸਾਨੂੰ ਇੰਨਾ ਨਜਾਇਜ਼ ਤੰਗ ਕੀਤਾ ਹੋਇਆ ਨਾ ਕਿ ਆਤਮ ਹੱਤਿਆ ਕਰਨੇ ਤੱਕ। ਮੈਂ ਤਾਂ ਜੀ ਆਪਣੇ ਆਪ ਨੂੰ ਅੱਗੇ ਲਾ ਲੈਣੀ ਆ ਜੇ ਨਾ ਮੇਰੇ ਕਿਸੇ ਨੇ ਸੁਣੀ ਤੇ ਨਾ ਮੇਰੇ ਵਿੱਚ ਰਘੁਵੀਰ ਸਿੰਘ ਨੇ ਮੈਨੂੰ ਇੰਨਾ ਕੁ ਤੰਗ ਕੀਤਾ ਹੋਇਆ, ਇੰਨਾ ਪਰੇਸ਼ਾਨ ਕੀਤਾ ਹੋਇਆ ਨਹੀਂ ਪੁੱਛੋ ਨਹੀਂ। ਸੀਪੀ ਦੇ ਦਫ਼ਤਰ ਦੇ ਬਾਹਰ ਉਹ ਲੈਟਰ ਹੈ ਜੀ, 4 ਮਹੀਨੇ ਪਹਿਲਾਂ ਲੈਟਰ ਸੁਣਵਾਈ ਕੀਤੀ, ਕਿਸੇ ਨੇ ਕੋਈ ਸੁਣਵਾਈ ਨਹੀਂ। ਅਸੀਂ ਮਿਲਦੇ ਹੋਇਆ ਪੁਰਾਣੀਆਂ ਲੈਟਰਾਂ ਹੈ, ਕੋਈ 6-5 ਮਹੀਨੇ ਪੁਰਾਣੀ ਲੈਟਰ ਹੈ। ਇੰਚਾਰਜ ਸਾਹਿਬ ਕਹਿੰਦੇ 5 ਵਜੇ ਤੱਕ ਪਰਚਾ ਕਰ ਦੇਣਾ, 1.5 ਲੱਖ ਰੁਪਏ ਅਸੀਂ ਫੈਸਲਾ ਕਰ ਲੈਣਾ। ਸਭ ਸਾਰੇ ਕਹਿੰਦੇ ਆ ਵੀ ਜੇ ਤੁਸੀਂ ਪਰਚਾ ਰੋਕਣਾ 1.5 ਲੱਖ ਰੁਪਏ ਦੋ, ਨਹੀਂ ਤਾਂ ਪੈਟਰੋਲ ਪਾ ਕੇ ਸਾਡੇ ਕੋਲ ਕੁਝ ਹੈ ਹੀ ਨਹੀਂ। ਅੱਗ ਲਾ ਲਾ ਸਾਰਾ ਕੁਝ ਰੋਲ ਪਾ ਸਾਹਿਬ ਬਾਹਰ ਲੈ ਕੇ ਆਓ, ਸਾਹਿਬ ਨੂੰ ਲੈ ਲਿਆਓ, ਸਾਹਿਬ ਸਾਡੀ ਬਾਹਰ ਆ ਕੇ ਸੁਣੇ। ਆਮ ਆਦਮੀ ਦੇ ਅਸੀਂ ਬੰਦੇ, ਦੋ ਬੱਚੇ ਮੇਰੇ ਛੋਟੇ ਮੇਰੇ ਘਰੇ ਹਮਲਾ ਕੀਤਾ, ਮੇਰੇ ਦੋਨੇ ਬੱਚੇ ਮਰ ਗਏ। 5 ਮਹੀਨੇ ਪਹਿਲਾਂ ਪ੍ਰਤਿੱਗਿਆ ਜਾਨ ਮੈਡਮ ਨੂੰ ਮਿਲੇ ਪਹਿਲਾਂ, 3 ਮਹੀਨੇ ਪਹਿਲਾਂ, ਆ ਦੂਜਾ ਫਿਰ ਸਾਹਿਬ ਨੂੰ ਮਿਲੇਗਾ। ਸਭ ਨੂੰ ਮਿਲ ਚੁੱਕੇ ਆ, ਸਾਰੇ ਸੀਪੀਆਂ ਨੂੰ ਮਿਲੇ ਆ ਸਰ, ਕਿਸੇ ਦੀ ਕੋਈ ਉੱਤੋਂ ਕਹਿੰਦੇ 1.5 ਲੱਖ ਰੁਪਏ ਤੋਂ ਕਿੱਥੋਂ ਦੇਵਾਂ ਮੈਂ 1.5 ਲੱਖ। ਕੀ ਮਸਲਾ ਕੀ ਹੈ ਤੁਹਾਡਾ? ਕੀ ਮਸਲਾ ਮੇਰੇ ਘਰ ਦੇ ਵਿੱਚ ਇੱਕ ਤਾਂ ਅਟੈਕ ਕੀਤਾ ਉਹਨਾਂ ਨੇ, ਮੇਰੇ ਦਾਤ ਮਾਰਿਆ, ਕਿਰਪਾਨਾਂ ਮਾਰੀਆਂ, ਉੱਤੋਂ ਮੇਰੇ ਤੇ 326 307 ਦਾ ਪਰਚਾ ਹੋ ਰਿਹਾ। ਇੰਚਾਰਜ ਬਲਵੀਰ ਸਿੰਘ ਆ ਮੱਤੇ ਵਾਲੇ, ਉਹ ਮੈਨੂੰ ਫੋਨ ਤੇ ਰੋਜ਼ ਕਹਿੰਦਾ ਕਿ ਹੁਣ ਪਰਚਾ ਕਰ ਦੇਣਾ, ਹੁਣ ਪਰਚਾ ਕਰ ਦੇਣਾ। ਅੱਜ 5 ਵਜੇ ਤੱਕ ਦਾ ਗਿਆ, ਕਹਿੰਦਾ 5 ਵਜੇ ਤੂੰ ਨਾ ਕੀਤਾ ਇਹਨਾਂ ਨੂੰ ਪੈਸੇ ਲੱਗ ਤੇ ਪਰਚਾ ਕਰ ਦੇਣਾ। ਮੈਂ ਕਿੱਥੋਂ 1.5 ਲੱਖ ਰੁਪਏ ਦਾ ਮਾਰ ਮੈਂ ਇਨਕੁਆਰੀ ਮੰਨ ਕੇ ਇਨਕੁਆਰੀ ਲਾ ਜੇ ਤੇ ਮੈਂ ਸੱਟ ਮਾਰੀ ਆ, ਮੇਰੇ ਤੇ ਪਰਚਾ ਦੇ ਦੋ। ਸਰ ਮੈਂ ਅੱਗ ਲਾ ਲੈਣੀ ਆਪਣੇ ਆਪ ਨੂੰ, ਮੇਰੇ ਕੋਲ ਪੈਸੇ ਹੈ ਨਹੀਂ ਕਿ ਦੇਣ ਨੂੰ। ਵੈਸੇ ਵੀ ਟੱਬਰ ਮੇਰਾ ਬਰਬਾਦ ਹੋ ਰਿਹਾ ਤਾਂ ਆਪਣੇ ਆਪ ਨੂੰ ਖਤਮ ਕਰਕੇ ਮਸਲਾ ਸਰ ਸਾਰੂ ਬਾਹਰ ਲਿਆਓ, ਇੱਥੇ ਲੈ ਕੇ ਆਓ, ਮੀਡੀਆ ਸਾਹਮਣੇ ਲੈ ਕੇ ਆਓ ਸਰ ਨੂੰ, ਸਰ ਨੂੰ ਮੀਡੀਆ ਸਾਹਮਣੇ ਲੈ ਕੇ ਆਓ। ਅਸੀਂ ਆ ਪੁਰਾਣੀਆਂ ਪ੍ਰਤਿੱਗਿਆ ਜਾਨ ਮੈਡਮ ਨੂੰ ਲੈਟਰ ਦਿੱਤੀ। ਕੀ ਮੈਟਰ ਕੀ ਹੈ ਤੁਹਾਡੇ? ਉਹ ਬੋਲ ਕਿੱਦਾਂ? ਪਹਿਲਾਂ ਸੀਪੀ ਸਾਹਿਬ ਨੂੰ ਕੀ ਮੰਗ? ਇੱਕ ਮਿੰਟ ਸੁਣੋ, 3 ਮਹੀਨੇ ਪਹਿਲਾਂ ਸੀਪੀ ਸਾਹਿਬ ਨੂੰ ਮੈਟਰ ਕੀ ਹੈ ਤੁਹਾਡਾ? ਮੇਰੀ ਗੱਲ ਸੁਣੋ, ਅਸੀਂ ਭਗਵੰਤ ਮਾਨ ਸਾਹਿਬ ਨੂੰ ਇਹ ਪੁੱਛਦੇ ਹਾਂ ਕਿ ਤੁਸੀਂ ਉਹ ਬੰਦੇ ਦੀ ਸੁਣਨੀ ਹੈ ਕਿ ਜਿਹੜੇ ਪੂਰੇ ਪਰਿਵਾਰਾਂ ਨਾਲ ਰਲ ਕੇ ਤੁਹਾਡੇ ਨਾਲ ਵੋਟਾਂ ਪਾਈਆਂ ਜਾਂ ਬਸੀ ਪਠਾਣਾ ਦੀ ਬੜਵਾਲਾ ਅਨਾਜ ਮੰਡੀ ਦੇ ਪ੍ਰਧਾਨ ਗੁਰਵਿੰਦਰ ਸਿੰਘ ਬਿੰਦੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੰਡੀ ਵਿੱਚ ਲਿਫਟਿੰਗ ਦਾ ਕੰਮ ਚੱਲ ਰਿਹਾ ਹੈ ਅਤੇ ਮੌਸਮ ਨੂੰ ਵੇਖਦੇ ਹੋਏ ਤਰਪਾਲਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਤੇ ਇੱਕ ਹਫ਼ਤੇ ਵਿੱਚ 10 ਦਿਨਾਂ ਦੇ ਵਿੱਚ ਇਹ ਕੰਮ ਸਾਰਾ ਮੁਕੰਮਲ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਨਵੀਂ ਕਣਕ ਦੀ ਆਮਦ ਹੈ ਅਤੇ ਪਿਛਲੀ ਕਣਕ ਦੀ ਲਿਫਟਿੰਗ ਜਾਰੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਬੜਵਾਲਾ ਦੇ ਗੁਰਵਿੰਦਰ ਸਿੰਘ ਜੀ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਵੀ ਕਿਸਾਨਾਂ ਦੀ ਪੇਮੈਂਟਾਂ ਦੀਆਂ ਕਿਸ ਤਰ੍ਹਾਂ ਦੀਆਂ ਜਾ ਰਹੀਆਂ ਨੇ ਤੇ ਕਿੰਨਾ ਕੁ ਮਾਲ ਹੋਰ ਮੰਡੀਆਂ ਦੇ ਵਿੱਚ ਬਕਾਇਆ ਪਿਆ ਹੈ। ਸਵਾਗਤ ਹੈ ਜੀ ਸਾਡੇ ਚੈਨਲ ਦੇ ਉੱਤੇ ਤੁਹਾਡਾ। ਠੀਕ ਹੈ, ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਜੀ, ਪਿੰਡ ਬੜਵਾਲਾ ਅਨਾਜ ਮੰਡੀ 'ਚ ਪਹੁੰਚਣ ਦਾ ਜੀ। ਬਾਕੀ ਪੇਮੈਂਟਾਂ ਦੀ ਗੱਲ ਜੀ, ਪੇਮੈਂਟਾਂ ਤਾਂ ਹਲੇ ਇਹਦੀ ਬਿੱਲਾਂ ਦੀ ਪ੍ਰੋਬਲਮ ਆ ਰਹੀ ਹੈ ਥੋੜ੍ਹੀ ਜਿਹੀ। ਜਿਹੜੀ ਪਿਛਲੇ ਸਾਲ ਐਡ ਮੈਪਿੰਗ ਕੀਤੀ ਅਸੀਂ ਉਹ ਡਿਲੀਟ ਹੋ ਗਈ ਐਤਕੀ ਜੀ, ਨਵੇਂ ਸਿਰੇ ਤੋਂ ਦੁਬਾਰੇ ਕਰ ਰਹੇ ਹਾਂ ਜੀ। ਠੀਕ ਹੈ, ਜਿੱਕਣਾ ਬਿੱਲ ਜਾ ਰਹੇ ਹਾਂ ਪੇਮੈਂਟ ਤਾਂ ਵਧੀਆ ਰਹੀ ਆ, ਜ਼ਿਮੀਦਾਰ ਦੇ ਅਕਾਊਂਟ ਜਾ ਰਹੀ ਹੈ ਜੀ ਉਹਨਾਂ ਦੇ। ਸਰ ਕਿੰਨੀ ਕੁ ਲਿਫਟਿੰਗ ਹੋਰ ਪਈ ਹੈ ਤੇ ਕਿੰਨਾ ਕੁ ਕੰਮ ਮੰਡੀਆਂ ਦੇ ਵਿੱਚ ਸਿਰੇ ਚੜ ਚੁੱਕਿਆ? ਇਹ ਮੈਡਮ 50% ਦਾ ਲਿਫਟਿੰਗ ਹੋ ਗਈ। ਠੀਕ ਹੈ, 50% ਵਾਲੇ ਬਾਕੀ ਹੈ ਜੀ। ਇਹ ਪਹਿਲਾਂ ਚਿੱਟਾ ਬਾਦਰਾ ਜਿਹੜਾ ਗਦਾਮਾਂ 'ਚ ਉਹ ਲਾਉਣਾ ਜੀ, ਕਿਉਂਕਿ ਅੰਦਰ ਲੱਗਦਾ ਉਹ ਪਹਿਲਾਂ ਲਾਉਂਦੇ ਇਹਨੂੰ ਜੀ। ਗਦਾਮ ਪਹਿਲਾਂ ਭਰ ਰਹੇ ਆ ਜੀ, ਉਸ ਤੋਂ ਬਾਅਦ ਫਿਰ ਜੂਟ ਵਾਲਾ ਚੱਲਣਾ ਹੈ ਜੀ। ਹਲੇ ਹਫ਼ਤਾ ਕੁ ਜਾਣੀ ਲੱਗੂਗਾ ਜੀ। ਸਰ ਮੌਸਮ ਵੀ ਕਿਤੇ ਨਾ ਕਿਤੇ ਭਾਗ ਖਰਾਬ ਹੈ। ਅੱਜ ਮੌਸਮ ਲੱਗਦਾ ਵੀ ਬਰਸਾਤ ਹੋਣੀ ਹੈ, ਇਹਦੇ ਵਾਸਤੇ ਤੁਸੀਂ ਕੀ ਕਰੋਗੇ? ਕੀ ਉਪਰਾਲੇ ਨੇ ਤੁਹਾਡੇ ਮੰਡੀ ਦੇ ਵਿੱਚ? ਮੈਂ ਇਹਦੇ ਵਾਸਤੇ ਅਸੀਂ ਮੰਡੀਆਂ ਅਸੀਂ ਢਾਂਗਾ ਬੋਰੀਆਂ ਸਾਰੇ ਇਕੱਠੀਆਂ ਕਰਾਏ, ਢਾਂਗਾ ਲਵਾ ਦੀਆਂ ਜੀ, ਤਰਪਾਲਾਂ ਵਗੈਰਾ ਪਾਤੀਆਂ ਉਹਦੇ ਉੱਤੇ ਜੀ। ਉਹ ਅਸੀਂ ਪੂਰਾ ਪ੍ਰਬੰਧ ਕਰਿਆ ਜੀ ਵੀ ਅਨਾਜ ਖਰਾਬ ਨਾ ਹੋਵੇ। ਕਿੰਨੇ ਕੁ ਦਿਨ ਦਾ ਕੰਮ ਹੋ ਰਿਹਾ ਮੰਡੀਆਂ ਦਾ? ਮੰਡੀਆਂ ਦਾ ਇੱਕ ਹਫ਼ਤੇ ਦਾ ਕੰਮ ਆ ਜੀ। ਕਣਕ ਦਾ ਵੈਸੇ ਹੁਣ 10% ਰਹਿ ਗਿਆ ਜੀ, ਕੋਈ ਢੇਰੀ ਆ ਟਰਾਲੀ ਆ ਰਹੀ ਹੈ ਜੀ। ਹੁਣ ਤਾਂ ਲਿਫਟਿੰਗ ਦੀ ਉਹੀ ਰਹਿ ਗਿਆ ਜੀ ਬਸ। ਸਿੰਘ ਜੀ, ਤੁਸੀਂ ਕਣਕ ਲੈ ਕੇ ਆਏ ਹੋ ਮੰਡੀਆਂ ਦੇ ਵਿੱਚ, ਕੋਈ ਦਿੱਕਤ ਤਾਂ ਨਹੀਂ ਆ ਰਹੀ? ਠੀਕ ਚੱਲ ਰਹੀ ਹੈ ਬੋਲੀ? ਠੀਕ ਹੈ ਜੀ, ਬਿਲਕੁਲ ਠੀਕ ਹੈ ਜੀ। ਕਿੱਥੋਂ ਆਏ ਹੋ ਤੁਸੀਂ? ਕਿਹੜਾ ਪਿੰਡ ਦਾ? ਸਿਲ ਤੋਂ ਆਏ ਜੀ। ਬੋਲੀ ਹੋ ਗਈ ਜਾਂ ਕਿਸ ਤਰ੍ਹਾਂ ਚੱਲ ਰਹੀ? ਹਾਂ ਜੀ, ਬੋਲੀ ਹੋ ਗਈ, ਹੁਣ ਭਰਾਈ ਚੱਲ ਰਹੀ ਹੈ ਜੀ। ਕੁਝ ਦੇਰ ਬਾਅਦ ਭਰਾਈ ਪੂਰੀ ਹੋ ਜੂਗੀ ਜੀ। ਮਿਲਕਫੈਡ ਪੰਜਾਬ ਦੇ ਬੋਰਡ ਆਫ ਡਾਇਰੈਕਟਰਸ ਵੱਲੋਂ ਪੰਜਾਬ ਤੋਂ ਇਲਾਵਾ
ਹਰਿਆਣਾ, ਜੰਮੂ ਕਸ਼ਮੀਰ, ਰਾਜਸਥਾਨ ਅਤੇ ਲੇਹ ਲਦਾਖ ਵਿਖੇ ਫੀਡ ਸਪਲਾਈ ਕਰਨ ਵਾਲੇ ਖੰਨਾ ਦੇ ਕੈਟਲ ਫੀਡ ਪਲਾਂਟ ਪੱਟੀਆਂ ਦਾ ਦੌਰਾ ਕੀਤਾ। ਪਲਾਂਟ ਦੇ ਜਨਰਲ ਮੈਨੇਜਰ ਦਲਜੀਤ ਸਿੰਘ ਅਤੇ ਕੁਆਲਿਟੀ ਮੈਨੇਜਰ ਡਾਕਟਰ ਕਰਨਬੀਰ ਸਿੰਘ ਨੇ ਡਾਇਰੈਕਟਰਸ ਦਾ ਸਵਾਗਤ ਕੀਤਾ। ਜਨਰਲ ਮੈਨੇਜਰ ਦਲਜੀਤ ਸਿੰਘ ਨੇ ਪਿਛਲੇ ਸਾਲ ਕੀਤੀ ਕਾਰਗੁਜ਼ਾਰੀ ਅਤੇ ਭਵਿੱਖ ਵਿੱਚ ਲਏ ਜਾਣ ਵਾਲੇ ਨਵੇਂ ਪ੍ਰੋਜੈਕਟਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲਾਂ ਇਸ ਪਲਾਂਟ ਵਿੱਚ ਸਿਰਫ 3 ਪ੍ਰਕਾਰ ਦੀ ਫੀਡ ਬਣਾਈ ਜਾਂਦੀ ਸੀ, ਪਰੰਤੂ ਹੁਣ ਇਸ ਪਲਾਂਟ ਵਿੱਚ 13 ਪ੍ਰਕਾਰ ਦੀ ਫੀਡ ਪਸ਼ੂਆਂ ਦੀ ਬਣਾਈ ਜਾਂਦੀ ਹੈ। ਕੁੱਲ 13 ਤਰ੍ਹਾਂ ਦੀ ਫੀਡ ਤਿਆਰ ਕਰਦੇ ਹਾਂ, ਕਿਉਂਕਿ ਹਰ ਇੱਕ ਜਾਨਵਰ ਨੂੰ ਬੱਚੇ ਤੋਂ ਲੈ ਕੇ ਗੱਭਣ ਹੋਣ ਤੱਕ ਹਰ ਇੱਕ ਸਟੇਜ ਦੇ ਉੱਪਰ ਵੱਖਰੀ ਵੱਖਰੀ ਫੀਡ ਦੀ ਲੋੜ ਹੈ। ਪਹਿਲਾਂ ਇੱਥੇ 3 ਤਰ੍ਹਾਂ ਦੀ ਫੀਡ ਤਿਆਰ ਹੁੰਦੀ ਸੀ ਤੇ ਮੌਜੂਦਾ ਸਮਾਂ ਵਿੱਚ ਅਸੀਂ ਇਹਨੂੰ 13 ਤਰ੍ਹਾਂ ਦੀ ਫੀਡ ਤਿਆਰ ਕਰਦੇ ਹਾਂ। ਅੱਜ ਸਾਰੇ ਡਾਇਰੈਕਟਰ ਸਾਹਿਬ ਟੋਟਲ ਪੰਜਾਬ ਦੇ ਵਿੱਚੋਂ ਆਏ ਨੇ ਤੇ ਇਹਨਾਂ ਨੇ ਦੇਖਿਆ, ਪਲਾਂਟ ਨੂੰ ਵਿਜ਼ਿਟ ਕੀਤਾ ਤੇ ਬਹੁਤ ਹੀ ਸ਼ਲਾਘਾ ਕਰੀ ਹੈ ਵੀ ਬਹੁਤ ਸੋਹਣੀ ਫੀਡ ਬਣ ਰਹੀ ਹੈ। ਤੇ ਮੈਂ ਵੀ ਇਹੀ ਅਪੀਲ ਕਰਦਾ ਸਾਡੇ ਕਿਸਾਨ ਵੀਰਾਂ ਨੂੰ ਕਿ ਵੀ ਸਾਡੇ ਨਾਲ ਜੁੜੋ, ਸਾਡੇ ਨਾਲ ਕਿਸੇ ਵੀ ਟਾਈਮ ਆ ਕੇ ਸਾਡਾ ਪਲਾਂਟ ਵਿਜ਼ਿਟ ਕਰ ਸਕਦੇ ਹੋ। ਤੇ ਮੈਂ ਇਹ ਦੁਬਾਰਾ ਫਿਰ ਇਹੀ ਅਪੀਲ ਕਰਦਾ ਵੀ ਸਾਡੇ ਨਾਲ ਵੱਧ ਤੋਂ ਵੱਧ ਜੁੜੋ। ਇੱਕ ਲਗਾਉਂਗੇ ਉਰੇ ਅਸੀਂ ਇੱਕ ਨਾ ਅਸੀਂ ਕਿਸਾਨ ਮੇਲਾ ਤਾਂ ਨਹੀਂ ਲਗਾ ਸਕਦੇ ਕਿਉਂਕਿ ਬਹੁਤ ਵੱਡਾ ਪ੍ਰੋਜੈਕਟ ਹੈ। ਅਸੀਂ ਇੱਕ ਨਾ ਬੱਚਿਆਂ ਦਾ ਸਾਡੇ ਕਾਫ ਸਟਾਰਟਰ ਪ੍ਰੋਡਕਟ ਆਉਂਦਾ ਹੈ, ਉਹਦੇ ਲਈ ਅਸੀਂ ਆਪਣੀ ਬੱਚੀਆਂ ਨੂੰ ਜਿਹਦੇ ਨਾਲ ਤਿਆਰ ਹੋਈਆਂ ਉਹਦੇ ਕੰਪੀਟੀਸ਼ਨ ਕਰਾਉਣ ਦੀ ਸੋਚ ਰਹੇ ਹਾਂ ਵੀ ਉਹ ਜਲਦੀ ਤੋਂ ਜਲਦੀ ਕਰਾਇਆ ਜਾਵੇ। ਸਰ, ਅੱਜ ਕਿਸ ਸੰਬੰਧ ਦੇ ਵਿੱਚ ਜਿਹੜੀ ਹੈਗੀ ਹੈ ਡਾਇਰੈਕਟਰ ਦੀ ਟੀਮ ਇੱਥੇ ਵੇਰਕਾ ਪਲਾਂਟ ਖੰਨਾ 'ਚ ਪਹੁੰਚੀ? ਸਭ ਤੋਂ ਪਹਿਲਾਂ ਮੈਂ ਦੱਸ ਦੇਣਾ ਚਾਹੁੰਦਾ ਕਿ ਪੰਜਾਬ ਦੇ ਜਿਹੜੇ ਮਿਲਕਫੈਡ ਦੇ ਡਾਇਰੈਕਟਰ ਸਾਹਿਬਾਨ ਨੇ, ਪੂਰੀ ਟੀਮ ਪੰਜਾਬ ਦੇ ਡਾਇਰੈਕਟਰ ਸਾਹਿਬਾਨ ਨੇ ਨਾਲ ਚੇਅਰਮੈਨ ਸਾਹਿਬਾਨ ਅੱਜ ਪੰਜਾਬ ਦੇ ਵਿੱਚ ਵਿਜ਼ਿਟ ਕਰਨਾ ਸ਼ੁਰੂ ਕੀਤਾ ਹੈ, ਕਿਉਂਕਿ ਬਹੁਤ ਸਾਰੀਆਂ ਮੁਸ਼ਕਿਲਾਂ ਦੁੱਧ ਉਤਪਾਦਕ ਨੂੰ ਆ ਰਹੀਆਂ ਨੇ। ਉਹ ਮੁਸ਼ਕਿਲਾਂ ਨੂੰ ਸੁਣਨ ਲਈ ਪੰਜਾਬ ਦੀ ਜਿਹੜੀ ਡਾਇਰੈਕਟਰ ਸਾਹਿਬਾਨ ਦੀ ਟੀਮ ਹੈ, ਅੱਜ ਤੋਂ 10 ਦਿਨ ਪਹਿਲਾਂ ਇੱਕ ਫਿਰੋਜ਼ਪੁਰ ਮੀਟਿੰਗ ਕੀਤੀ ਗਈ ਸੀ। ਉਸ ਤੋਂ ਬਾਅਦ ਅੱਜ ਸਵੇਰੇ ਪਟਿਆਲੇ ਸੀ, ਪਟਿਆਲੇ ਤੋਂ ਬਾਅਦ ਬੱਸੀ ਪਠਾਣਾ ਪਲਾਂਟ ਹੁਣ ਇੱਥੇ ਪਹੁੰਚੇ ਹਾਂ। ਅਸੀਂ ਸਾਰੇ ਇੱਕ ਏਮ ਲੈ ਕੇ ਚੱਲੇ ਹਾਂ ਕਿ ਪੰਜਾਬ ਦੇ ਵਿੱਚ ਜਿੰਨੀ ਵੀ ਦੁੱਧ ਦੇ ਵਿੱਚ ਮਿਲਾਵਟ ਹੋ ਰਹੀ ਹੈ, ਮਿਲਾਵਟਖੋਰੀ ਨੂੰ ਕਿਸ ਤਰੀਕੇ ਬੰਦ ਕਰਾਉਣਾ ਔਰ ਉਹ ਕਿਸ ਤਰੀਕੇ ਨਾਲ ਉਸ ਮੁਹਿੰਮ ਨੂੰ ਅੱਗੇ ਲੈ ਕੇ ਜਾਣਾ ਹੈ। ਔਰ ਉਹ ਸਾਰੇ ਪੰਜਾਬ ਦੇ ਦੁੱਧ ਉਤਪਾਦਕਾਂ ਦੀ ਆਵਾਜ਼ ਹੀ ਇਹ ਹੈ, ਜਿੰਨੀ ਵੀ ਦੁੱਧ ਦੇ ਵਿੱਚ ਹੋਰ ਦੁੱਧ ਤੋਂ ਬਣੇ ਪਦਾਰਥਾਂ ਦੇ ਵਿੱਚ ਮਿਲਾਵਟ ਹੈ, ਮਿਲਾਵਟਖੋਰੀ ਨੂੰ ਬੰਦ ਕਰਨ ਲਈ। ਹੁਣ ਅੱਜ ਇੱਥੇ ਵਿਜ਼ਿਟ ਕੀਤਾ ਪਲਾਂਟ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਪਤਾ ਲੱਗੀਆਂ ਨੇ, ਜਿਨ੍ਹਾਂ ਦੇ ਵਿੱਚੋਂ ਚਾਹੇ ਉਹ ਫੀਡ ਦੀ ਟੈਸਟਿੰਗ ਨੂੰ ਲੈ ਕੇ ਹੈ। ਅੱਜ ਡਾਇਰੈਕਟਰ ਸਾਹਿਬਾਨਾਂ ਨੇ ਉੱਥੇ ਮੀਟਿੰਗ ਦੇ ਵਿੱਚ ਇਹ ਵੀ ਗੱਲ ਕੀਤੀ ਕਿ ਦੁੱਧ ਦੀ ਮਿਲਾਵਟ ਦਾ ਤਾਂ ਇੱਕ ਵੱਡਾ ਖਤਰਾ ਹੈ ਹੀ, ਉਸ ਤੋਂ ਪਹਿਲਾਂ ਜਿਹੜਾ ਪਸ਼ੂ ਧਨ ਹੈ ਉਹਨੂੰ ਬਚਾਉਣ ਦੀ ਲੋੜ ਹੈ। ਔਰ ਪਸ਼ੂ ਧਨ ਦਾ ਜਿਹੜਾ ਫੀਡ ਹੈ, ਜਿਹੜੀ ਉਹਦੇ ਵਿੱਚ ਮਿਲਾਵਟ ਵੱਡੇ ਲੈਵਲ 'ਤੇ ਹੋ ਰਹੀ ਹੈ। ਕਈ ਫੈਕਟਰੀਆਂ ਜਿਹੜੀਆਂ ਨਜਾਇਜ਼ ਪੰਜਾਬ ਦੇ ਵਿੱਚ ਲੱਗੀਆਂ ਨੇ, ਉਹ ਸਾਰੇ ਪੈਮਾਨੇ 'ਤੇ ਪੂਰਾ ਨਹੀਂ ਉਤਰ ਰਹੀਆਂ ਔਰ ਪਸ਼ੂਆਂ ਦੇ ਜਿਹੜੇ ਫੀਡ ਹੈ, ਖਾਣੇ ਦੇ ਵਿੱਚ ਹੀ ਮਿਲਾਵਟ ਹੋ ਰਹੀ ਹੈ, ਜਿੰਦੇ ਕਰ ਬਹੁਤ ਸਾਰੇ ਨਵੇਂ ਪਸ਼ੂ ਜਾਂ ਦੁੱਧਰ ਪਸ਼ੂ ਨਵੇਂ ਦੁੱਧ ਨਹੀਂ ਹੁੰਦੇ, ਉਹਨਾਂ ਨੂੰ ਫੰਡਰ ਹੋ ਜਾਂਦੇ ਨੇ, ਉਹ ਦੁੱਧ ਦੇਣ ਦੇ ਕਾਬਲ ਨਹੀਂ ਰਹਿੰਦੇ। ਉਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੀ, ਮੈਂ ਇਹ ਨਹੀਂ ਕਹਿੰਦਾ ਵੀ ਅਸੀਂ ਇਹ ਨਹੀਂ ਕਹਿੰਦੇ ਵੀ ਸਾਰੀ ਇੰਡਸਟਰੀ ਹੀ ਗਲਤ ਹੈ, ਵਿੱਚ ਬਹੁਤ ਸਾਰੇ ਲੋਕ ਮਿਲਾਵਟੀ ਧੰਦਾ ਕਰ ਰਹੇ ਆ। ਉਸ ਧੰਦੇ ਨੂੰ ਰੋਕਣ ਲਈ ਵੀ ਅੱਜ ਪੂਰੀ ਟੀਮ ਸਾਰੇ ਪਲਾਂਟਾਂ ਦੇ ਵਿੱਚ ਉਹ ਚੈੱਕ ਕਰ ਰਹੀ ਹੈ। ਰੰਧਾਵਾ ਸਾਹਿਬ ਜੀ ਬੋਲਣਗੇ। ਸਰ, ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਸਭ ਤੋਂ ਪਹਿਲਾਂ ਦੱਸਣਾ ਚਾਹੁੰਦਾ ਕਿ ਮੈਂ ਚੇਅਰਮੈਨ ਮਿਲਕ ਪਲਾਂਟ ਵੇਰਕਾ, ਜਿਹੜਾ ਵੇਰਕੇ ਦਾ ਮਦਰ ਪਲਾਂਟ ਆ, ਉਹਦਾ ਚੇਅਰਮੈਨ ਆ ਤੇ ਨਾਲ ਮੈਂ ਪੰਜਾਬ ਦੇ ਵਿੱਚ ਮਿਲਕ ਫੈਡ ਦਾ ਡਾਇਰੈਕਟਰ ਹਾਂ। ਅੱਜ ਜਿਹੜੀ ਜੋ ਸਾਨੂੰ ਟਿੱਪੀ ਸਾਹਿਬ ਨੇ ਦੱਸਿਆ ਜਿਸ ਦੇ ਬਾਬਤ, ਇਹੀ ਸਾਡਾ ਏਮ ਹੈ ਕਿ ਮੇਨ ਜਿਹੜਾ ਸਾਡਾ ਇਹ ਸਹਿਕਾਰਤਾ, ਸਾਡਾ ਜਿਹੜਾ ਵਿਭਾਗ ਆ, ਇਹ ਸਹਿਕਾਰਤਾ ਜਿਹੜੀ ਹੈ ਕਿਸਾਨ ਦੀ ਇੱਕ ਰੀੜ੍ਹ ਦੀ ਹੱਡੀ ਹੈ। ਔਰ ਕਿਸਾਨ ਜਿਹੜਾ ਆ ਉਹ ਬਚ ਵੀ ਤਾਂ ਹੀ ਸਕਦਾ ਆ ਕਿ ਜਿੰਨਾ ਵੱਧ ਤੋਂ ਵੱਧ ਉਹ ਸਹਿਕਾਰਤਾ ਨੂੰ ਅਪਣਾਏਗਾ। ਔਰ ਇਸ ਦਾ ਕਰਕੇ ਜਿਹੜੀ ਆ ਇਹ ਸਾਡਾ ਜਿਹੜਾ ਅਦਾਰਾ ਆ ਵੇਰਕਾ, ਇਹ ਸਹਿਕਾਰਤਾ ਦੇ ਵਾਸਤੇ ਇੱਕ ਬਹੁਤ ਵੱਡਾ ਮੀਲ ਪੱਥਰ ਆ ਪੰਜਾਬ 'ਚ। ਉਹਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਅੱਜ ਅਸੀਂ ਇਹ ਸਾਰਾ ਜਿਹੜਾ ਵਿਜ਼ਿਟ ਕੀਤਾ ਔਰ ਇਹਦੇ ਤੋਂ ਅਸੀਂ ਖਾਸ ਕਰਕੇ ਇੱਥੇ ਜਿਹੜਾ ਖੰਨੇ ਆਏ ਆ ਮਿਲਕ ਇਹਨਾਂ ਦੀ ਇਹ ਫੀਡ ਫੈਕਟਰੀ ਦੇ ਵਿੱਚ, ਇਹ ਅਸੀਂ ਇਹ ਵੇਖਣ ਲਈ ਪਹਿਲਾਂ ਇਹ ਨੌਲੇਜ ਲਈ ਆ ਕਿ ਇਹ ਜਿਹੜੀ ਫੀਡ ਆ ਕਿਸ ਤਰੀਕੇ ਨਾਲ ਬਣਦੀ ਔਰ ਜੋ ਅਸੀਂ ਵੇਖਿਆ ਉਹਦੇ ਮੁਤਾਬਕ ਕਿ ਬਹੁਤ ਹੀ ਜਿਹੜਾ ਆ ਹਾਈਟੈਕ ਤਰੀਕੇ ਨਾਲ ਜਿਹੜੀ ਫੀਡ ਉਹ ਬਣ ਰਹੀ ਹੈ। ਔਰ ਅਸੀਂ ਜਾ ਕੇ ਕਿਸਾਨਾਂ ਨੂੰ ਇੱਥੇ ਲੈ ਕੇ ਵੀ ਆਵਾਂਗੇ, ਉਹਨਾਂ ਦਾ ਵਿਜ਼ਿਟ ਵੀ ਕਰਵਾਵਾਂਗੇ, ਆਪਣੇ ਬਾਕੀ ਡਾਇਰੈਕਟਰਸ
ਤੇ ਹੋਰ ਜਿਹੜੇ ਸਾਡੇ ਇਸ ਧੰਦੇ ਨਾਲ ਜੁੜੇ ਪ੍ਰੋਗਰੈਸਿਵ ਫਾਰਮਰਸ ਤੇ ਹੋਰ ਸਾਰੇ ਜਿਹੜੇ ਨੇ ਉਹਨਾਂ ਸਾਰਿਆਂ ਨੂੰ ਉੱਥੇ ਲਿਆ ਕੇ ਉਹਨਾਂ ਦੀ ਨੌਲੇਜ ਦੇ ਵਿੱਚ ਵਾਧਾ ਕਰਾਂਗੇ। ਗੁਰਦਾਸਪੁਰ ਵਿੱਚ ਹੋਈ ਹਲਕੀ ਬਾਰਿਸ਼ ਨੇ ਮੰਡੀ ਬੋਰਡ ਵੱਲੋਂ ਅਨਾਜ ਮੰਡੀਆਂ ਵਿੱਚ ਕੀਤੇ ਗਏ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਅਨਾਜ ਮੰਡੀਆਂ ਵਿੱਚ ਪ੍ਰਬੰਧਾਂ ਦੀ ਘਾਟ ਹੋਣ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਫਸਲ ਮੰਡੀਆਂ ਵਿੱਚ ਖੁੱਲ੍ਹੇ ਸਮਾਨ ਥੱਲੇ ਪਈ ਹੋਣ ਦੇ ਕਾਰਨ ਗਿੱਲੀ ਹੋ ਗਏ, ਜਿਸ ਨੇ ਕਿਸਾਨਾਂ ਦੀ ਕਾਫੀ ਚਿੰਤਾਵਾਂ ਵਧਾ ਦਿੱਤੀਆਂ ਹਨ। ਉਹਨਾਂ ਨੇ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਦੇ ਲਈ ਮੰਡੀਆਂ ਵਿੱਚ ਪੁਖਤਾ ਪ੍ਰਬੰਧ ਕਰੇ। ਆਇਆ ਗਿਆ ਜੀ ਕਿ ਮੰਡੀ ਲਿਫਟਿੰਗ ਦੀ ਪ੍ਰੋਬਲਮ ਆਈ ਹੈਗੀ ਹੈ। ਕੱਲ੍ਹ ਹੀ ਸਾਡੇ DFSC ਸਾਹਿਬ ਨੇ ਉਹਨਾਂ ਟਰਾਂਸਪੋਰਟਰਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਸੀਗੇ ਜਿਹੜਿਆਂ ਨੇ ਲਿਫਟਿੰਗ ਨਹੀਂ ਕੀਤੀ ਸੀਗੀ, ਤੇ ਅੱਜ ਕੁਝ ਮੰਡੀਆਂ ਦੇ ਵਿੱਚ ਅਸੀਂ ਉੱਥੇ ਆੜ੍ਹਤੀਏ ਭਰਾਵਾਂ ਨੂੰ ਅਲਾਉ ਕਰ ਦਿੱਤਾ ਹੈ। ਜਿਵੇਂ ਗੁਰਦਾਸਪੁਰ ਮੰਡੀ 'ਚ ਸਾਡੇ ਆੜ੍ਹਤੀਏ ਭਰਾਵਾਂ ਨੂੰ ਅਲਾਉ ਕਰ ਦਿੱਤਾ ਹੈ, ਕਲਰਡੋਰ 'ਚ ਅਲਾਉ ਕਰ ਦਿੱਤਾ, ਕੋਟ ਸੂਰਤ ਮੰਡੀ 'ਚ ਅਲਾਉ ਕਰ ਦਿੱਤਾ। ਤੇ ਅੱਜ ਜਿਹੜੀ ਮੰਡੀ 'ਚ ਪ੍ਰੋਬਲਮ ਆਈ ਅੱਜ ਉਹਨਾਂ ਨੋਟਿਸ ਜਾਰੀ ਹੋ ਗਏ ਨੇ। ਕੱਲ੍ਹ ਸਵੇਰੇ 11 ਵਜੇ ਦਾ ਸਮਾਂ ਦਿੱਤਾ ਗਿਆ ਟਰਾਂਸਪੋਰਟਰ ਸਾਹਿਬਾਨ ਨੂੰ, ਤੇ ਜੇਕਰ ਨਹੀਂ ਕਰਨਗੇ ਤੇ ਕੱਲ੍ਹ ਅਸੀਂ 11 ਵਜੇ ਤੋਂ ਬਾਅਦ ਆੜ੍ਹਤੀਏ ਸਾਹਿਬਾਨ ਨੂੰ ਉਹਦੀ ਟਰਾਂਸਪੋਰਟ ਅਲਾਉ ਕਰ ਦਿਆਂਗੇ ਔਰ ਆੜ੍ਹਤੀਏ ਦੇ ਖਾਤੇ ਦੇ ਵਿੱਚੋਂ ਪੈਸੇ ਮਿਲਣਗੇ ਜਿੰਨੇ ਅਸੀਂ ਪੈਸੇ ਟਰਾਂਸਪੋਰਟਰ ਦੇ ਰਹੇ ਸੀਗੇ। ਇਹ ਪੰਜਾਬ ਸਰਕਾਰ ਦੀ ਪਾਲਿਸੀ ਦਾ ਅਸੀਂ ਅਲਾਉ ਕਰੀ ਜਾ ਰਹੇ ਹਾਂ। ਜਿੱਥੇ ਵੀ ਧਿਆਨ 'ਚ ਆ ਰਿਹਾ ਅਸੀਂ ਨਾਲ ਕਰ ਰਹੇ ਹਾਂ। ਜਿੰਨੀ ਮੰਡੀ ਕੱਲ੍ਹ ਤੱਕ ਪ੍ਰੋਬਲਮ ਆਈ ਸੀਗੀ ਮੈਨੂੰ ਆਸ ਹੈ ਸ਼ਾਮ ਤੱਕ ਉੱਥੇ ਆੜ੍ਹਤੀਏ ਭਰਾ ਆਪਣੀ ਕਰਾ ਲੈਣਗੇ, ਔਰ ਜਿਹਦੀ ਅੱਜ ਪ੍ਰੋਬਲਮ ਆਈ ਹੈ ਉਹ ਅਸੀਂ ਕੱਲ੍ਹ ਤੱਕ ਦੇ ਦਾਂਗੇ। ਹਾਂਜੀ, ਮੇਰੇ ਖਿਆਲ ਦੇ ਵਿੱਚ ਜੋ ਮੈਨੂੰ ਪਤਾ ਲੱਗਿਆ ਅੱਜ ਤਕਰੀਬਨ 30-35 ਮੰਡੀਆਂ ਵਾਸਤੇ ਨੋਟਿਸ ਜਾਰੀ ਕੀਤਾ ਗਿਆ ਤੇ ਕੱਲ੍ਹ 10। ਹਾਂ, ਇਸੇ ਵਾਸਤੇ ਨਾ ਜੀ ਇਸ ਨੂੰ ਕੱਲ੍ਹ ਹੀ ਰੱਖਦੇ ਹੋਏ ਜੋ ਪੰਜਾਬ ਸਰਕਾਰ ਦੀ ਪਾਲਿਸੀ ਹੈ ਉਹਦੇ ਸਾਡੀ ਇੱਕੋ ਮਜਬੂਰੀ ਹੈ 24 ਘੰਟੇ ਦਾ ਨੋਟਿਸ ਦੇਣਾ ਹੁੰਦਾ ਹੈ। ਜੋ ਕੱਲ੍ਹ 24 ਘੰਟੇ ਨੋਟਿਸ ਦਿੱਤਾ ਸੀ ਅੱਜ ਉਹਨਾਂ ਨੂੰ ਕੰਮ ਅਲਾਟ ਕਰ ਦਿੱਤਾ ਗਿਆ ਜਿਹੜਾ ਅੱਜ ਤੱਕ ਕੱਲ੍ਹ ਦੇ ਦਿਆ। ਮੈਂ ਹਰਜਿੰਦਰ ਸਿੰਘ ਸਾਬਕਾ ਸਰਪੰਚ ਮਾਧੋ ਖੁਰ ਤੋਂ। ਸਰ ਇੱਥੇ ਮਤਲਬ ਜਿਹੜਾ ਲੈਂਡ ਮੈਮਿਕ ਦਾ ਕੰਮ ਆ ਨਾ ਇਹ ਬੜਾ ਮਤਲਬ ਦੇਣ ਡਿਆ ਲੋਕਾਂ ਨੂੰ ਤਕਲੀਫ ਕਿਸਾਨਾਂ ਨੂੰ, ਕਿਉਂਕਿ ਜ਼ਮੀਨਾਂ ਜਿਹੜੀਆਂ ਨੇ ਨਾ ਉਹ ਕਿਸੇ ਦੇ ਨਾਲ ਇੰਤਕਾਲ ਨਹੀਂ ਹੁੰਦੀ, ਕਿਸੇ ਦੇ ਨਾਲ ਕੁਛ ਨਹੀਂ ਹੁੰਦਾ। ਇੱਥੇ ਉਹ ਕਹਿੰਦੇ ਸਾਰਾ ਡਾਟਾ ਜਾਂ ਆਪਣਾ ਦੋ ਤੁਹਾਡੇ ਪੈਸੇ ਉੱਥੇ ਜਾਣੇ ਆ। ਤੇ ਇਹ ਥੋੜ੍ਹਾ ਜਿਹਾ ਮਤਲਬ ਜਿਹੜਾ ਕੰਮ ਵਾ ਨਾ ਇਹਦਾ ਕੋਈ ਹੱਲ ਹੋਣਾ ਚਾਹੀਦਾ ਵਾ। ਅੱਜ ਤੱਕ ਤਾਂ ਵੇਖੋ ਜੀ ਉਹ ਸਾਡੀਆਂ ਟਰਾਲੀਆਂ ਖਲੋਤੀਆਂ ਨੇ, ਮਤਲਬ ਅੱਜ ਬਾਰਿਸ਼ ਨੇ ਇੱਦਾਂ ਕਰਤਾ ਵਾ ਤੇ ਮਤਲਬ ਅਸੀਂ ਇਸ ਗੱਲ ਦੇ ਵਿੱਚ ਬੜੇ ਪਰੇਸ਼ਾਨ ਆ। ਤਰਪਾਲਾਂ ਦਿੱਤੀਆਂ ਨੇ, ਦਾਣੇ ਦੂਣੇ ਢੱਕੇ ਨੇ, ਦਾਣੇ ਭੇਜਣ ਡੇ ਆ। ਹਾਂਜੀ, ਤੇ ਜਿਹੜਾ ਸਾਡਾ ਹੁਣ ਮਤਲਬ ਕਿਸਾਨ ਦਾ ਵਾ ਜਿਹੜਾ ਆਪਣੇ ਫਸਲ ਜਿਹੜੀ ਆ ਉਹ ਤਾਂ ਕਹਿੰਦੇ ਵੀ ਭਿੱਜੀ ਆ, ਤੇ ਜਿਹੜੀ ਸਰਕਾਰ ਦੀ ਬੋਰਿਆਂ 'ਚ ਪਈ ਆ ਤੇ ਉਹ ਹੁਣ ਪਤਾ ਨਹੀਂ ਸੁੱਕੀ ਆ ਕਿ ਜਾਂ ਭਿੱਜੀ। ਹਾਂਜੀ ਉਦੋਂ ਹੁਣ ਪਤਾ ਮਤਲਬ ਉਹ ਨਹੀਂ ਭਿੱਜੀ ਜਾਂ ਕਿੱਦਾਂ ਵਾ, ਜਿਹੜੀ ਸਾਡੀ ਟਰਾਲੀ ਆ ਉਹ ਭਿੱਜੀ ਆ। ਹਾਂਜੀ, ਨਹੀਂ ਬਾਕੀ ਸਭ ਠੀਕ ਚੱਲ ਰਿਹਾ ਸੀ ਜੀ। ਇੱਥੇ ਦੋ ਦਿੱਕਤ ਆਈ ਹੈ। ਇੱਕ ਤੇ ਜਿਹੜਾ ਢੋਆ ਢਵਾਈ ਦਾ ਠੇਕਾ ਹੋਇਆ ਸੀ, ਜਿਸ ਬੰਦੇ ਨੇ ਲਿਆ ਸੀ ਉਹ ਕੋਈ ਬਾਂਸੇ ਸਾਈਡ ਤੋਂ ਬੰਦਾ ਸੀ, ਆਨਲਾਈਨ ਠੇਕਾ ਲੈ ਲਿਆ। ਉਸ ਤੋਂ ਬਾਅਦ ਉਹ ਠੇਕਾ ਛੱਡ ਕੇ ਭੱਜ ਗਿਆ। ਉਸ ਤੋਂ ਬਾਅਦ ਇੱਥੇ ਕੋਈ ਲਿਫਟਿੰਗ ਨਹੀਂ ਹੋਈ, ਮਾਲ ਸਾਰਾ ਪਿਆ, ਗਲੱਡ ਪਿਆ, ਸਾਰੇ ਪਾਸੇ ਦੇਖ ਲਓ ਤੁਸੀਂ, ਇੰਨੀਆਂ ਬੋਰੀਆਂ ਪਈਆਂ, ਜਿਹੜਾ ਮਾਲ ਨਹੀਂ ਚੁੱਕਿਆ ਕਰਕੇ ਬੜੀ ਪਰੇਸ਼ਾਨੀ ਆ ਰਹੀ ਹੈ। ਉੱਤੇ ਬਾਰਿਸ਼ ਆ ਗਈ ਹੈ, ਬਾਰਿਸ਼ ਤੋਂ ਬਾਅਦ ਤੇ ਹੁਣ ਤੇ ਜਾਨ ਸੁੱਕੀ ਪਈ ਹੈ ਕਿ ਕਰੋੜਾਂ ਰੁਪਏ ਦਾ ਮਾਲ ਜਿਹੜਾ ਵਾ ਸਾਡੇ ਥੜੇ 'ਤੇ ਪਿਆ ਦਾ, ਤੇ ਇਹ ਚੁੱਕਿਆ ਜਾਣਾ ਚਾਹੀਦਾ। ਜੇ ਨਵਾਂ ਕੋਈ ਠੇਕੇਦਾਰ ਆਉਂਦਾ ਠੇਕਾ ਲੈ ਲੈਂਦੇ ਆ, ਜੇ ਕੋਈ ਟਰੱਕ ਨਹੀਂ ਹੁੰਦਾ ਨਾ, ਲਿਫਟਿੰਗ ਦੀ ਪ੍ਰੋਬਲਮ ਆ ਰਹੀ ਹੈ ਬਹੁਤ ਜ਼ਿਆਦਾ, ਮਾਲ ਨਾ ਚੁੱਕਿਆ ਜਾਵੇ, ਜ਼ਿਮੀਂਦਾਰ ਵੀ ਪਰੇਸ਼ਾਨ ਆ, ਟਰਾਲੀਆਂ ਖਲੋਤੀ ਦੀਆਂ ਲਾ ਨਹੀਂ ਦੇ ਥੱਲੇ, ਤੇ ਬਾਰਿਸ਼ ਆਇਆ ਤਾਂ ਹੋਰ ਵੀ ਜ਼ਿਆਦਾ ਨੁਕਸਾਨ ਹੋ ਸਕਦਾ ਜ਼ਿਮੀਂਦਾਰ ਤੇ। ਸਾਰੀ ਮੰਡੀ 'ਚ ਮਾਲ ਪਿਆ ਜੀ। ਦੋ ਖਰੀਦ ਏਜੰਸੀਆਂ ਵਾ, ਪਨਗ੍ਰੇਨ ਤੇ FCI, ਤੇ ਲਿਫਟਿੰਗ ਦੇ ਨਾਮ ਮਾਤਰ ਹੀ ਹੈ ਜੀ, ਕੋਈ ਨਾਲ ਮਾਲ ਮੁੱਲ ਨਹੀਂ ਚੁਕਾਏ ਬਹੁਤੇ। ਤੇ ਇਹਦੇ ਵਾਸਤੇ ਕਿਹਾ ਵੀ ਹੈਗਾ, ਅਸੀਂ ਸਾਰੇ ਪ੍ਰਸ਼ਾਸਨ ਨੂੰ ਵੀ ਕਿਹਾ ਹੈਗਾ, ਤੇ ਬਹੁਤ ਦਿੱਕਤ ਆ ਰਹੀ ਲਿਫਟਿੰਗ ਦੀ। ਕਰਨੈਲ ਸਿੰਘ, ਪਿੰਡ ਭੁਗਰਾ। ਕਣਕ ਲੈ ਕੇ ਮੰਡੀ ਆਏ थे, ਬਾਰਿਸ਼ ਨਾਲ ਬਹੁਤ ਨੁਕਸਾਨ ਹੋ ਗਿਆ, ਬਾਰਿਸ਼ ਬਹੁਤ ਜ਼ਿਆਦਾ ਆ ਰਹੀ ਆ, ਅਜੇ ਤੱਕ ਤੁਲਾਈ ਨਹੀਂ ਕੋਈ ਹੋਈ। ਇਹਦਾ ਤੁਹਾਨੂੰ ਕੀ ਨੁਕਸਾਨ? ਨੁਕਸਾਨ ਇੱਥੇ ਮੌਸਮ ਖਰਾਬ ਆ, ਕਾਫੀ ਨੁਕਸਾਨ ਹੋ ਸਕਦਾ, ਨੁਕਸਾਨ ਹੋ ਸਕਦਾ ਜ਼ਿਆਦਾ। ਤੇ ਇੱਥੇ ਮਾਲ ਲਿਫਟਿੰਗ ਨਹੀਂ ਹੋਇਆ ਕਾਫੀ? ਨਹੀਂ ਨਾ, ਲਿਫਟਿੰਗ ਨਹੀਂ ਮਾਲ ਹੋਇਆ, ਅਜੇ ਇੱਦਾਂ ਹੀ ਚੱਲਣਾ ਕੰਮ। ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰ ਆਮ ਜਨਤਾ ਨੂੰ ਇੱਕ ਛੱਤ ਥੱਲੇ ਸਾਰੀਆਂ ਸੁਵਿਧਾਵਾਂ ਦੇਣ ਅਤੇ ਸਰਕਾਰੀ ਦਫ਼ਤਰਾਂ ਦੀ ਖੱਜਲ ਖੁਆਰੀ ਤੋਂ ਬਚਾਉਣ ਲਈ ਖੋਲ੍ਹੇ ਗਏ ਹਨ, ਪਰ ਬਟਾਲਾ ਦੇ ਸੇਵਾ ਕੇਂਦਰ ਦਾ ਹਾਲਾਤ ਇਹ ਹਨ ਕਿ ਲੋਕ ਪਰੇਸ਼ਾਨ ਹਨ। ਜੋ ਵੀ ਕੋਈ ਕੰਮ ਕਰਾਉਣ ਆਉਂਦਾ ਹੈ ਉਹ ਖੱਜਲ ਖੁਆਰੀ ਹੁੰਦਾ ਹੈ। ਆਮ ਲੋਕਾਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਕਈ ਘੰਟੇ ਹੋ ਗਏ ਹਨ ਲਾਈਨ ਵਿੱਚ ਲੱਗਿਆਂ, ਅਤੇ ਜੋ ਲੋਕ ਅਧਿਕਾਰੀਆਂ ਦੀ ਸਿਫਾਰਿਸ਼ ਲੈ ਕੇ ਆਉਂਦੇ ਹਨ ਉਹ ਪਹਿਲਾਂ ਕੰਮ ਕਰਾ ਕੇ ਚਲੇ ਜਾਂਦੇ ਹਨ। ਨਾਮ ਬਲਬੀਰ ਸਿੰਘ, ਮੈਂ ਬੋੜਿੰਦਰ ਜੀ ਤੋਂ ਮੈਂ ਕੈਨੇਡਾ ਤੋਂ ਆਇਆ ਜੀ। ਮੈਂ ਪੈੜੀ ਦੇ ਨਿਸ਼ਾਨਦੀ ਕਰਾਉਣੀ ਆਪਣੀ, ਤਾਂ 11 ਵਜੇ ਦਾ ਲਾਈਨ 'ਚ ਲੱਗਾ ਜੀ। ਜਿਹੜੇ ਪਿੱਛੋਂ ਆਉਂਦੇ ਆ ਉਹ ਪਹਿਲਾਂ ਜਾਈ ਜਾਂਦੇ ਆ, ਤੇ ਅਸੀਂ ਉੱਥੇ ਖੜੇ ਆ ਜੀ। ਤੇ ਜੇ ਪੁੱਛਿਆ ਇਹਨਾਂ ਨੂੰ, ਇਹ ਕਹਿੰਦੇ ਤਹਿਸੀਲਦਾਰ ਸਾਹਿਬ ਦਾ ਫੋਨ ਅੰਦਰੋਂ ਆਇਆ ਤੇ ਉਹਨਾਂ ਦੇ ਕਹਿਣ 'ਤੇ ਅਸੀਂ ਕੰਮ ਕੀਤੇ ਜਿਹੜੇ। ਤੇ ਮੈਂ ਕਿਹਾ MLA ਸਾਹਿਬ ਦਾ ਫੋਨ ਕਰਾ ਦਿੰਦਾ, ਆਹ ਬਸ ਬਹਿਸ ਹੋਣੀ ਜੀ। ਆਹ ਜਿਹੜੇ ਅੰਦਰ ਬੈਠੇ ਆ, ਦੱਸੋ ਅਸੀਂ ਕੀ ਕਰੀਏ ਹੁਣ? ਬਿਲਕੁਲ ਜੀ, ਤੁਹਾਡੇ ਸਾਹਮਣੇ ਆ ਵੀਰੋ ਨਹੀਂ ਖਲੋਤੇ, ਤੁਸੀਂ ਭਾਈ ਦੱਸੋ ਆ ਕੇ। ਮੇਰੇ ਤੋਂ ਪਹਿਲਾਂ ਇਹ ਖੜੇ ਸੀ, ਦੱਸੋ ਭਾਜੀ। ਸਰਕਾਰ ਜੋ ਕਹਿੰਦੀ ਹੈ, ਸਰਕਾਰ ਦਾ ਕੋਈ
ਉਹ ਵੇਲੇ ਉਹ ਵੀ ਖੜੇ ਆ, ਸਾਰੇ ਖੜੇ ਆ, ਜਿਹਨੂੰ ਮਰਜ਼ੀ ਪੁੱਛੋ। ਬਸ ਖੜੇ ਆ ਅਸੀਂ। ਕੀ ਨਾਮ ਬਈ? ਅਜਮੇਰ ਸਿੰਘ। ਕੀ ਕਰਨਾ ਆਇਆ ਤੇ? ਮੈਂ ਦਰਖਾਸਤ ਦੇਣ ਆਇਆ ਜੀ, ਆਪਣੀ ਮਿਹਨਤੀ ਕਰਾਉਣੀ ਆ। ਤੇ ਕੀ ਕਹਿੰਦੇ ਨੇ? ਮਤਲਬ ਖਿਲਾਰ ਹੀ ਛੜਿਆ, ਕਾਗਜ਼ ਫੜਦੇ ਹੀ ਨਹੀਂਗੇ, ਇਧਰੋਂ ਲਾਂਭੋ ਲਈ ਜਾਣ ਡੇ ਆ। ਹੋਰ ਜੀ, ਹੋਰ ਕੀ ਹੋਣ ਡਿਆ ਫਿਰ? ਅਸੀਂ ਤਾਂ ਇਹਨਾਂ ਦੇ ਮੂੰਹ ਵੱਲ ਵੇਖਣ ਡੇ ਆ, ਕਰਨ ਕੀ ਡੇ ਆ। ਆਪਣਾ ਨਾਮ ਦੱਸੋ। ਤੇਜਿੰਦਰਪਾਲ ਸਿੰਘ ਗੁਰਦਾਸਪੁਰ ਤੋਂ ਹੀ ਆ ਜੀ ਲੋਕ। ਅਸੀਂ ਇੱਥੇ ਭਾਜੀ ਮਤਲਬ ਕਿ ਆਪਣੀ ਭੈਣ ਜੀ ਦੀ ਮੈਰਿਜ ਰਜਿਸਟ੍ਰੇਸ਼ਨ ਕਰਾਉਣ ਆਏ। ਮਤਲਬ ਸਾਨੂੰ 2 ਘੰਟੇ ਹੋ ਗਏ ਇੱਥੇ ਲੈਣਾ 'ਚ ਲੱਗਿਆ, ਕੋਈ ਪੁੱਛ-ਗਿੱਛ ਨਹੀਂ ਆ। ਮਗਰੋਂ ਤਹਿਸੀਲਦਾਰ ਦੀ ਸਿਫਾਰਿਸ਼ ਆਈ ਆ ਜੀ, ਉਹਦੀ ਮੈਰਿਜ ਰਜਿਸਟ੍ਰੇਸ਼ਨ ਕਰਵਾ ਕੇ ਫੋਟੋ ਕਰਵਾ ਕੇ ਭੇਜ ਦਿੱਤਾ ਗਿਆ ਜੀ। ਇੱਥੇ ਭਾਜੀ ਹੁਣੇ ਹੁੰਦੇ ਆ ਸਕੂਟਰੀ ਤੇ ਗਏ ਆ, ਉਹਨਾਂ ਨੂੰ ਸ਼ਰੇਆਮ ਕਿਹਾ ਗਿਆ ਉਹਨਾਂ ਨੂੰ ਪੁੱਛ ਲਓ, ਨਹੀਂ ਤੇ ਉਹ ਇੱਥੇ ਖੜੇ ਸੀ, ਮੈਂ ਬਾਹਰ ਖੜਾ, ਉਹਨੂੰ ਪੁੱਛ ਲਓ। ਉਹਨਾਂ ਨੂੰ ਕਿਹਾ ਗਿਆ ਸ਼ਰੇਆਮ ਕਿ ਸਾਨੂੰ ਇਹ ਉਹਨਾਂ ਦਾ ਫੋਨ ਆਇਆ ਸੀ, ਮਗਰ ਉਹਨੂੰ ਪੁੱਛੋ, ਹੁੰਦੇ ਆ ਨਾ ਇੱਥੇ ਗ੍ਰੀਨ ਸ਼ਰਟ ਵਾਲੇ, ਉਹਨੂੰ ਪੁੱਛ ਲਓ। ਉਹ 2 ਘੰਟੇ ਤੋਂ 3 ਘੰਟੇ ਤੋਂ ਵੀ ਲਾਈਨ 'ਚ ਲੱਗੇ। ਇੱਥੇ ਕਿਸੇ ਗਰੀਬ ਬੰਦੇ ਦੀ ਹੈ ਸੁਣਵਾਈ ਜੀ? ਕੋਈ ਸੁਣਵਾਈ ਨਹੀਂ ਹੈ। ਕੀ ਕਰ ਸਕਦਾ ਇੱਥੇ ਗਰੀਬ ਬੰਦਾ? ਕੀ ਕਹਿਣਾ ਚਾਹੁੰਦੇ ਆ ਜੀ, ਹਰ ਇੱਕ ਕੰਮ ਜਿਹੜਾ ਵਾ ਆਪਣਾ ਪੂਰਾ ਇਮਾਨਦਾਰੀ ਨਾਲ ਹੋਵੇ, ਕੰਮ ਜਿਹੜਾ ਵੀ ਹੋਵੇ। ਅੰਦਰ ਸੇਵਾ ਕੇਂਦਰ ਖੁੱਲ੍ਹੇ, ਲੋਕਾਂ ਦੀ ਸਹੂਲਤਾਂ ਵਾਸਤੇ ਖੁੱਲ੍ਹੇ ਆ ਜੀ। ਇਹਦਾ ਮਤਲਬ ਇਹ ਨਹੀਂ ਆ ਕਿ ਅੰਦਰ ਮਤਲਬ ਕਿ ਬੰਦਿਆਂ ਦੇ ਨਾਲ ਕੋਈ ਹੈ ਹੀ ਨਹੀਂ ਆ, ਇਮਾਨਦਾਰੀ ਇੱਕ ਨਹੀਂ ਆ। ਮਗਰੋਂ ਆ ਰਹੇ, ਪਹਿਲੋਂ ਕੰਮ ਕਰਵਾ ਕੇ ਜਾ ਰਹੇ, ਸਾਰੇ ਲਾਈਨਾਂ 'ਚ ਖੜੇ ਆ। ਸਰਕਾਰ ਨੇ ਕਿਹਾ ਕਿ ਧੱਕੇ ਖਾਣ ਦੀ ਲੋੜ ਨਹੀਂ ਪਊਗੀ। ਧੱਕੇ ਦੇ ਧੱਕਾ ਪੂਰਾ ਪੈ ਰਿਹਾ ਜੀ। ਅਸੀਂ ਖੁਦ ਵੋਟਾਂ ਪਾਈਆਂ ਆਮ ਆਦਮੀ ਪਾਰਟੀ ਨੂੰ, ਖੁਦ ਪਾਈਆਂ ਜੀ। ਯਾਰ ਕੀ ਕਾਹਦੇ ਵਾਸਤੇ ਪਾਈਆਂ ਸੀ? ਬਦਲਾਅ ਵਾਸਤੇ। ਬਦਲਾਅ ਕਿੱਥੇ ਆ ਜੀ? ਆ ਸਵੇਰ ਦੇ ਆਏ ਆ, ਤੂੜੀ ਤਾਂ ਸਾਰਿਆਂ ਦਾ ਬਣਾਉਣ ਵਾਲਾ ਪਿਆ, ਬੱਦਲ ਸਿਰ ਤੇ ਆ, ਕਿੱਲਾ ਜ਼ਮੀਨ ਆ, ਕੀ ਕਰੂ ਬੰਦਾ ਇੱਥੇ? ਫਾਜ਼ਿਲਕਾ ਦੀ ਅਨਾਜ ਮੰਡੀ ਵਿੱਚ ਲਿਫਟਿੰਗ ਦਾ ਕੰਮ ਸੁਸਤ ਹੋਣ ਕਾਰਨ ਮੰਡੀ ਵਿੱਚ ਕਣਕ ਦੀਆਂ ਭਰੀਆਂ ਬੋਰੀਆਂ ਦੇ ਅੰਬਾਰ ਲੱਗੇ ਨਜ਼ਰ ਆ ਰਹੇ ਹਨ। ਮੰਡੀ ਵਿੱਚ ਜਿੱਧਰ ਵੀ ਨਜ਼ਰ ਮਾਰੀਏ ਉਧਰ ਹੀ ਕਣਕ ਦੀਆਂ ਭਰੀਆਂ ਬੋਰੀਆਂ ਦਿਖਾਈ ਦਿੰਦੀਆਂ ਹਨ। ਹਾਲਾਂਕਿ ਇੱਕਾ ਦੁੱਕਾ ਟਰੈਕਟਰ ਟਰਾਲੀਆਂ ਰਾਹੀਂ ਲਿਫਟਿੰਗ ਦਾ ਕੰਮ ਵੀ ਚੱਲ ਰਿਹਾ ਹੈ, ਪਰ ਮੌਜੂਦਾ ਹਾਲਾਤਾਂ ਵਿੱਚ ਜਿਸ ਤਰ੍ਹਾਂ ਲਿਫਟਿੰਗ ਦਾ ਕੰਮ ਚੱਲ ਰਿਹਾ ਹੈ ਉਸ ਨੂੰ ਵੇਖ ਕੇ ਲੱਗਦਾ ਹੈ ਕਿ ਸਾਰੀ ਮੰਡੀ ਖਾਲੀ ਕਰਨ ਲਈ ਘੱਟੋ-ਘੱਟ 2 ਮਹੀਨੇ ਦਾ ਸਮਾਂ ਲੱਗ ਜਾਵੇਗਾ। ਸਰ ਇਸ ਤਰ੍ਹਾਂ ਜਿਹੜੇ ਆਪਣੇ 2 ਬਾਥਰੂਮ ਬਣੇ ਆ ਮੰਡੀ ਦੇ ਵਿੱਚ ਬਣੇ ਹੋਏ ਜੀ, ਤੇ ਇੱਥੇ ਆਲਰੇਡੀ ਮੁੰਡੇ ਰੱਖੇ ਵੀ ਹੋਏ ਨੇ ਜੀ। ਜਿਹੜਾ ਮੁੰਡਾ ਸੀਗਾ ਉਹ ਸਫਾਈ ਸਵੇਰੇ ਕਰਦਾ, ਮੈਂ ਕਰਕੇ ਗਿਆ ਜੀ। ਐਸੇ ਮੈਂ ਚੈੱਕ ਵੀ ਕਰਾ ਸੀ, ਸਵੇਰ ਤੋਂ ਲੈ ਕੇ ਸ਼ਾਮ ਤੱਕ ਚੈੱਕ ਵੀ ਕਰਦੇ ਆ ਇਹਨਾਂ ਨੇ। ਤੇ ਸਵੇਰੇ ਤਾਂ ਸਫਾਈ ਕੀਤੀ ਸੀਗੀ, ਤੇ ਇਹਨੂੰ ਅੰਨੇ ਮੰਡੀ ਦੇ ਵਿੱਚ ਰਸ਼ ਹੋਣ ਕਰਕੇ ਵੀ ਹੋ ਸਕਦਾ ਹੈ ਵੀ ਥੋੜ੍ਹਾ ਗੰਦ ਫਿਰ ਹੋ ਗਿਆ ਹੋਵੇ, ਤੇ ਸੰਬੰਧਿਤ ਨੂੰ ਠੇਕੇਦਾਰ ਨੂੰ ਬੁਲਾ ਕੇ, ਬੰਦੇ ਨੂੰ ਬੁਲਾ ਕੇ ਅਸੀਂ ਸਫਾਈ ਕਰਵਾਤੀ ਨਾਲ ਦੀ ਨਾਲ ਮੌਕੇ 'ਤੇ ਜੀ। ਸਰ ਜਿਹੜੀ ਚਲੋ ਇਹ ਬਿਲਡਿੰਗ ਦੇ ਬਾਕੀ ਆਫਿਸਰਾਂ ਦੇ ਧਿਆਨ 'ਚ ਹੈ ਜੀ। ਇਹ ਬਿਲਡਿੰਗ ਬਾਥਰੂਮ ਮਤਲਬ ਨਵੀਂ ਬਣਨ ਵਾਲੀ ਹੈ, ਕੁਛ ਕਿਸੇ ਤਰ੍ਹਾਂ ਦੀ ਵੀ ਹੈ ਜੀ। ਇਹ ਆਫਿਸਰ ਦੇ ਧਿਆਨ ਵਿੱਚ ਕਰਵਾ ਦੇਣਗੇ ਉਹਨੂੰ ਠੀਕ। ਬਾਕੀ ਦੇ ਇੰਤਜ਼ਾਮ ਬੋਲੇ ਆ, ਅਸੀਂ ਪਾਣੀ ਦੇ ਇੰਤਜ਼ਾਮ ਵੀ ਕੀਤੇ ਹੋਏ ਨੇ ਜੀ। ਸਾਰੀ ਜਗ੍ਹਾ ਅਸੀਂ ਪਾਣੀ ਦਾ ਇੰਤਜ਼ਾਮ ਕੀਤਾ ਹੋਇਆ ਸਰ, ਪਾਣੀ ਪੀਣ ਵਾਸਤੇ। ਵੈਸੇ ਤਾਂ ਸੀਗਾ ਜੀ, ਜੇਕਰ ਕੋਈ ਪ੍ਰੋਬਲਮ ਆਈ ਹੈ ਅਸੀਂ ਮੌਕੇ ਤੇ ਆ ਗਏ, ਮੌਕੇ ਤੇ ਦੇਖ ਲਿਆ। ਬੰਦਾ ਠੇਕੇਦਾਰ ਜਾਂ ਕੋਈ ਵੀ ਜੋ ਕੰਮ ਦੇਖ ਰੇਖ ਕਰਦਾ ਹੈ ਉਹਨਾਂ ਨੂੰ ਬੁਲਾ ਲਿਆ, ਜੋ ਕੰਮ ਹੋਏਗੀ ਫੌਰੀ ਤੌਰ ਤੇ ਹੁਣੇ ਹੋ ਜਾਏਗੀ। ਹਾਂਜੀ ਸਰ, ਮੈਂ ਠੇਕੇਦਾਰ ਉਹਨਾਂ ਨੇ ਵੀ ਗੱਲਬਾਤ ਕੀਤੀ ਗਈ ਹੈ। ਠੇਕੇਦਾਰ ਵੱਲੋਂ ਕਿਹਾ ਗਿਆ ਵੀ ਅਸੀਂ ਸਵੇਰੇ ਹੀ ਆਪਣੀ ਸਵੇਰ ਤੋਂ ਲੈ ਕੇ ਸ਼ਾਮੀ ਤੱਕ ਦਿਨੇ 2 ਵਜੇ ਸਫਾਈ ਕਰਾ ਦਿਆ। ਜੇ ਫਿਰ ਵੀ ਮੰਡੀ ਚੱਲ ਰਹੀ ਹੈ, ਮੰਡੀ ਦੇ ਵਿੱਚ ਰਸ਼ ਹੋਣ ਕਰਕੇ ਜੇਕਰ ਕੋਈ ਕੁਝ ਕਿਸੇ ਤਰ੍ਹਾਂ ਦੀ ਕੋਈ ਗੰਦਗੀ ਹੁੰਦੀ ਜਾਂ ਕੁਝ ਹੁੰਦਾ ਹੈ ਤੇ ਉਹਨੂੰ ਕਹਿੰਦਾ ਦਿਨ 'ਚ ਘੱਟੋ ਘੱਟ 3 ਜਾਂ 4 ਵਾਰੀ ਸਫਾਈ ਕਰੋ। ਲੋੜ ਮੁਤਾਬਿਕ ਜੇ 4 ਵਾਰੀ ਵੀ ਕਰਨੀ ਪਵੇ 4 ਵਾਰੀ ਵੀ ਕਰੋ। ਲਿਫਟਿੰਗ ਦਾ ਸਰ ਦੇਖੋ ਜੀ, ਲਿਫਟਿੰਗ ਤਾਂ ਚੱਲ ਰਹੀ ਹੈ ਜੀ। ਲਿਫਟਿੰਗ ਸਾਡੇ ਕੋਲ ਇਸ ਟਾਈਮ ਟੋਟਲ ਦੀ ਖਰੀਦ ਦੇ ਮੁਤਾਬਿਕ 49% ਲਿਫਟਿੰਗ ਹੋ ਚੁੱਕੀ ਹੈ ਜੀ। ਤੇ ਬਾਕੀ ਇਹ ਤਾਂ ਉੱਚ ਅਧਿਕਾਰੀਆਂ ਦੇ ਨੋਟਿਸ ਦੇ ਵਿੱਚ ਹੈ ਜੀ, ਤੇ ਇਨ ਟੱਚ ਨੇ ਅਧਿਕਾਰੀ ਇਹਨਾਂ ਨਾਲ ਜੀ। ਅੱਜ ਲਿਫਟਿੰਗ ਠੀਕ ਹੈ ਜੀ। ਇਸ ਟਾਈਮ ਦੇ ਜਿਹੜਾ ਗੱਟਾ 50,000 ਗੱਟਾ, 50 ਤੋਂ 55,000 ਗੱਟਾ ਲਿਫਟ ਅੱਜ ਦੀ ਦੇਰ ਦਾ ਹੋ ਚੁੱਕਿਆ ਜੀ। ਇਹਦੇ ਬਾਰੇ ਜਾਣਕਾਰੀ ਤਾਂ ਦੇਖੋ ਜੋ ਉੱਚ ਅਧਿਕਾਰੀਆਂ ਨੂੰ, ਸਾਡੇ ਆਫਿਸਰਾਂ ਨੂੰ ਹੈ ਜੀ। ਸਾਨੂੰ ਤਾਂ ਜਿੰਨਾ ਕੁ ਪਤਾ ਜੀ, ਅਸੀਂ ਜਿਹੜੇ ਲਿਫਟਿੰਗ ਦਾ ਜ਼ਿਆਦਾ ਉਹ ਬਾਕੀ ਉੱਚ ਅਧਿਕਾਰੀਆਂ ਨੂੰ ਪਤਾ। ਅਬੋਹਰ ਦੇ ਪਿੰਡ ਦੌਲਤਪੁਰਾ ਵਿੱਚ ਸਰਪੰਚ ਅਤੇ ਉਸਦੇ ਸਾਥੀਆਂ ਵੱਲੋਂ ਪੁਰਾਣੀ ਰੰਜਿਸ਼ ਚੱਲਦਿਆਂ ਇੱਕ ਨੌਜਵਾਨ ਨੂੰ ਮਾਰਨ ਕੁੱਟਣ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ। ਪੀੜਤ ਨੌਜਵਾਨ ਵਿਨੋਦ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਕੰਮ ਤੋਂ ਵਾਪਸ ਆ ਰਿਹਾ ਸੀ ਅਤੇ ਰਸਤੇ ਵਿੱਚ ਸਰਪੰਚ ਅਤੇ ਉਸਦੇ ਸਾਥੀਆਂ ਵੱਲੋਂ ਉਸ ਨੂੰ ਰੋਕ ਕੇ ਉਸ ਨਾਲ ਕੁੱਟਮਾਰ ਕੀਤੀ ਗਈ। ਉਸਨੇ ਦੱਸਿਆ ਕਿ ਉੱਥੇ ਪਹਿਲਾਂ ਕੋਈ ਲੜਕੀ ਮੌਜੂਦ ਨਹੀਂ ਸੀ, ਪਰ ਬਾਅਦ ਵਿੱਚ ਦੋਸ਼ੀਆਂ ਨੇ ਕੁਝ ਲੜਕੀਆਂ ਨੂੰ ਉੱਥੇ ਮੰਗਵਾ ਲਿਆ ਅਤੇ ਉਸ ਦੇ ਨਾਲ ਉਹਨਾਂ ਨਾਲ ਛੇੜਛਾੜ ਕਰਵਾਉਣ ਦੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਉਹਨਾਂ ਲੜਕੀਆਂ ਨੇ ਵੀ ਉਸ ਨਾਲ ਮਾਰਕੁੱਟ ਕੀਤੀ। ਉਸਨੇ ਸਰਪੰਚ ਅਤੇ ਉਸਦੇ ਸਾਥੀਆਂ ਤੇ ਉਸ ਨੂੰ ਜ਼ਬਰਦਸਤੀ ਪਿਸ਼ਾਬ ਪਿਆਉਣ ਦੇ ਦੋਸ਼ ਵੀ ਲਗਾਏ। ਪੀੜਤ ਨੌਜਵਾਨ ਅਤੇ ਉਸਦੇ ਪਰਿਵਾਰ ਵਾਲਿਆਂ ਮੁਤਾਬਕ ਕੁਝ ਸਮਾਂ ਪਹਿਲਾਂ ਦੋਸ਼ੀਆਂ ਵੱਲੋਂ ਉਸਦੀ ਭੈਣ ਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਮੰਨੇ। ਬਾਅਦ ਵਿੱਚ ਉਸਦੇ ਪਰਿਵਾਰ ਵਾਲਿਆਂ ਨੇ ਉਹਨਾਂ ਨੂੰ ਥੱਪੜ ਮਾਰ ਦਿੱਤੇ, ਜਿਸ ਦੀ ਰੰਜਿਸ਼ ਰੱਖਦਿਆਂ ਹੋਇਆ ਕਿ ਉਹਨਾਂ ਨੇ ਉਸ ਨਾਲ ਮਾਰਕੁੱਟ ਕੀਤੀ ਅਤੇ ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ। ਮੇਰਾ ਨਾਮ ਰਾਜ ਕੁਮਾਰ ਹੈ ਜੀ, ਪਿੰਡ ਦੌਲਤਪੁਰ ਦਾ ਰਹਿਣ ਵਾਲਾ ਮੈਂ। ਮੇਰਾ ਇੱਕ ਮੁੰਡਾ ਵਿਨੋਦ ਨਾਮ ਮੇਰੇ ਮੁੰਡੇ ਦਾ, ਨਾਈ ਦਾ ਕੰਮ ਕਰਦਾ ਜੀ ਮੇਰਾ ਮੁੰਡਾ। ਘੱਟ ਤੋਂ ਘੱਟ 2-3 ਸਾਲ ਹੋ ਗਏ ਇਹਨੂੰ ਦੁਕਾਨ ਖੋਈਆਂ, ਸਰਵਰ ਖੋਈਆਂ ਦੁਕਾਨ ਹੈ ਮੌਕੇ ਦੀ।
ਉੱਥੇ ਮੇਰਾ ਮੁੰਡਾ ਤੜਕੇ 7 ਵਜੇ ਆਉਂਦਾ ਸੀਗਾ ਮੇਰੇ ਮੁੰਡੇ ਦਾ। ਮੇਰੇ ਮੁੰਡੇ ਨਾਲ ਕੋਈ ਪਹਿਲਾਂ ਇਹਨਾਂ ਦੀ ਰੰਜਿਸ਼ ਸੀਗੀ। ਇਹਨਾਂ ਦੀ ਰੰਜਿਸ਼ ਸੀਗੀ ਜਦੋਂ ਇਹਨਾਂ ਨੇ ਕਈ ਵਾਰੀ ਮੇਰੇ ਮੁੰਡੇ ਨੂੰ ਕਿਹਾ ਵੀ ਅਸੀਂ ਤੈਨੂੰ ਕਰਨਾ ਹੈ, ਕੁੱਟਣਾ ਹੈ। ਇਹ ਉਸ ਟਾਈਮ ਤਾਂ ਅੱਜ ਇਹਨਾਂ ਦਾ ਮੌਕਾ ਲੱਗਿਆ। 5-6 ਮੁੰਡੇ 5 ਹੈਗੇ ਆ ਜੀ। ਇਹਨਾਂ ਨੇ ਮੇਰੇ ਮੁੰਡੇ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ। ਇਹਨਾਂ ਨੇ ਰਾੜਾਂ ਨਾਲ ਕੁੱਟਿਆ। ਇੱਕ ਪਿੰਡ ਦਾ ਸਰਜੀਤ ਸਿੰਘ ਹੈ, ਉਹਦਾ ਪੋਤਾ ਹੈਗਾ ਪੱਪਨ ਨਾਂ ਉਹ ਮੁੰਡੇ ਦਾ। ਉਹ ਮੁੰਡੇ ਨੇ ਸਭ ਤੋਂ ਜ਼ਿਆਦਾ ਮੇਰੇ ਮੁੰਡੇ ਨੂੰ ਕੁੱਟਿਆ ਜੀ। ਉਦੋਂ ਬਾਅਦ ਵਾਰਦਾਤ ਹੋਈ, ਸਰਪੰਚ ਦੀ ਕੋਠੀ ਲੈ ਗਏ। ਮੌਕੇ ਦਾ ਸਰਪੰਚ ਹਰਪ੍ਰੀਤ ਸਿੰਘ, ਉਹਦੀ ਕੋਠੀ ਲਿਜਾ ਕੇ ਮੁੰਡੇ ਨੂੰ ਉੱਥੇ ਕੋਠੀ ਉਹਨਾਂ ਲਿਜਾ ਕੇ ਕੁੱਟਿਆ ਜੀ, ਕਮਰੇ 'ਚ ਤਾੜ ਕੇ ਬੇਪਰਦ ਕਰਕੇ ਮੇਰੇ ਮੁੰਡੇ ਨੂੰ ਕੁੱਟਿਆ ਜੀ ਇਹਨਾਂ ਨੇ। ਮੈਂ ਇੱਕ ਦਿਹਾੜੀ ਕਰਨ ਵਾਲਾ ਬੰਦਾ, ਪਿੰਡ ਦੌਲਤਪੁਰੇ ਦੇ ਵਸੇਵਾਨ ਆ। ਸਾਡੀ ਕੋਈ ਕਿਸੇ ਨਾਲ ਕੋਈ ਰੰਜਿਸ਼ ਨਹੀਂ, ਕੋਈ ਦੁਸ਼ਮਣੀ ਨਹੀਂ। ਅਸੀਂ ਦਿਹਾੜੀ ਕਰਨ ਵਾਲੇ ਬੰਦੇ ਆ। ਕਣਕ ਵੱਢਦਾ ਮੈਂ ਆਇਆ, ਮੈਨੂੰ ਮੌਕੇ 'ਤੇ ਫੋਨ ਉਹਨਾਂ ਨੇ ਕੀਤਾ, ਆ ਕੇ ਮੈਂ ਮੁੰਡੇ ਨੂੰ ਲੈ ਆਏ। ਕੋਈ ਸਰਪੰਚ ਨੇ, ਕੋਈ ਕਿਸੇ ਪਿੰਡ ਦੇ ਜ਼ਿਮੀਂਦਾਰ ਨੇ, ਕੋਈ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਹੈ ਜੀ। ਇਸ ਦਾ ਸਾਨੂੰ ਚਾਹੀਦਾ ਜੀ ਇਨਸਾਫ। ਇਹ ਪਹਿਲਾਂ ਹੋਈ ਹੈ ਜੀ। ਇਹ ਗੁਆਂਢ 'ਚ ਹੈ, ਸੁੱਖਾ ਨਾਂ ਦਾ ਮੁੰਡਾ ਹੈ, ਉਹ ਬਿਲਕੁਲ ਸ਼ਰੀਫ ਬੰਦੇ ਆ। ਉਹਨਾਂ ਦੇ ਮੁੰਡੇ ਨੂੰ ਕੁੱਟਿਆ ਇਹਨਾਂ ਨੇ। ਇਸੇ ਤਰ੍ਹਾਂ ਇਹੀ ਬਾਹਰ ਦੇ ਮੁੰਡੇ ਮੰਗਾ ਕੇ ਤੇ ਇਹਨਾਂ ਨੇ ਕੁੱਟਿਆ ਜੀ। ਉਦੋਂ ਵੀ ਸਰਪੰਚ ਨੇ ਕੋਈ ਕਾਰਵਾਈ ਨਹੀਂ ਪਾਈ। ਆ ਹੁਣ ਤੀਜਾ ਕੇਸ ਹੈ ਜੀ। ਆ ਇਹਨਾਂ 'ਤੇ ਕੋਈ ਨਾ ਕੋਈ ਜ਼ਰੂਰ ਕਾਰਵਾਈ ਹੋਵੇ ਇਹੋ ਜੀ ਵੀ ਜਿਹੜੇ ਕੋਈ ਇਹਨਾਂ ਨੂੰ ਪਤਾ ਲੱਗੇ ਵੀ ਕਿਸੇ ਧੀ ਪੁੱਤ ਨੂੰ ਕਿਵੇਂ ਕੁੱਟੀਦਾ। ਇਹ ਮੇਰਾ ਇਕੱਲਾ ਇੱਕ ਮੁੰਡਾ ਹੈਗਾ ਜੀ। ਇਹਨਾਂ ਨੇ ਜੀ ਇਹ ਸਭ ਮੈਟਰ ਬਣਾਇਆ। ਮੇਰੇ ਮੁੰਡੇ ਦੇ ਉੱਤੇ ਇਲਜ਼ਾਮ ਪਾਇਆ ਕੁੜੀ ਦਾ ਜੀ, ਵੀ ਆ ਕੁੜੀ ਨੂੰ ਛੇੜਦਾ ਸੀਗਾ। ਕੁੜੀ ਦੇ ਜੇ ਕੋਈ ਸਰਵਰ ਖੁਈਆਂ ਜਾ ਕੇ ਜਿੱਥੋਂ ਵੀ ਮਰਜ਼ੀ ਤਸੱਲੀ ਕਰ ਸਕਦੇ ਮੇਰੇ ਮੁੰਡੇ ਦੀ, ਵੀ ਕਿ ਮੁੰਡਾ ਕਿੰਨੇ ਵਜੇ ਆਉਂਦਾ, ਕੀ ਦੁਕਾਨ 'ਤੇ ਕਿੰਨੇ ਬੰਦੇ ਰਹਿੰਦੇ ਆ। 4-5 ਬੰਦੇ ਦੁਕਾਨ 'ਤੇ ਰਹਿੰਦੇ ਜੀ ਮੌਕੇ ਦੇ ਕੋਲ। ਪਾਰਟਨਰ 'ਤੇ ਕੰਮ ਕਰਦਾ ਜੀ। ਇਹ ਗਲਤ ਕੰਮ ਨਹੀਂ ਕਰਦਾ ਹੈਗਾ। ਉਹ ਘੱਟੋ ਘੱਟ 10-12 ਸਾਲ ਦੀ ਕੁੜੀ ਹੈ ਜੀ। ਉਹ ਜਿਹੜੀ ਗੁੜੀਆ ਦਾ ਨਾਂ ਲੈਂਦੇ ਆ, ਉਹਨਾਂ ਨਾਲ ਕੋਈ ਸਾਡੀ ਰੰਜਿਸ਼ ਨਹੀਂ, ਕੋਈ ਹੋਰ ਨਹੀਂ। ਉਹਨਾਂ ਨਾਲ ਚੰਗਾ ਆਉਣਾ ਜਾਣਾ ਵੀ ਹੈ, ਭੈਣ ਭਰਾਵਾਂ ਤਰ੍ਹਾਂ ਅਸੀਂ ਰਹਿੰਦੇ ਵੀ ਆ ਉਹਨਾਂ ਨਾਲ। ਮੈਂ ਇੱਕ ਪੜਪੱਚ ਬਣਾਇਆ ਮੇਰੇ ਮੁੰਡੇ ਨੂੰ ਕੁੱਟਣ ਲਈ ਜੀ। ਸਰਵਰ ਖੁਈਆਂ ਤੋਂ ਆ ਰਿਹਾ ਸੀਗਾ ਜੀ, ਏਜੰਸੀ ਦੇ ਕੋਲ ਸਰਪੰਚ ਦੀ ਕੋਠੀ ਦੇ ਸਾਹਮਣੇ ਇਹਨਾਂ ਨੇ ਕੁੱਟਿਆ ਜੀ। ਨਾਲ ਇੱਕ ਮੁੰਡਾ ਹੋਰ ਵੀ ਸੀਗਾ, ਉਹਦਾ ਮਾਸੀ ਦਾ ਮੁੰਡਾ ਹੈਗਾ, ਨਾਲ ਹੀ ਰਹਿੰਦਾ, ਉਹ ਵੀ ਮੌਕੇ ਦੇ ਨਾਲ ਹੀ ਸੀਗਾ। ਮੁੰਡੇ ਨੇ ਮਗਰੋਂ ਆ ਕੇ ਇਹਨਾਂ 3 ਬੰਦਿਆਂ ਨੇ ਫੜਿਆ ਮੁੰਡੇ ਨੂੰ, ਤਾਂ ਪੱਕੀ ਸੜਕ 'ਤੇ ਸਿੱਟ ਕੇ ਤੇ ਇਹਨਾਂ ਨੇ ਕੁੱਟਿਆ ਜੀ ਰਾੜਾਂ ਨਾਲ ਮੁੰਡੇ ਨੂੰ। ਸੜਕ ਦੇ ਉੱਤੇ ਕੁੱਟਿਆ ਜੀ, ਸਰਪੰਚ ਦੀ ਕੋਠੀ ਦੇ ਸਾਹਮਣੇ ਏਜੰਸੀ ਦੇ। ਸਿਲੰਡਰ ਏਜੰਸੀ ਆ, ਸਰਪੰਚ ਦੀ ਬਿਲਕੁਲ ਕੋਠੀ ਹੈ ਸਾਹਮਣੇ ਉੱਥੇ ਜੀ। ਉੱਥੋਂ ਉਦੋਂ ਬਾਅਦ ਲਗਾਈ ਸਰਪੰਚ ਦੀ ਕੋਠੀ। ਹਾਂਜੀ, ਸਰਪੰਚ ਮੇਰੇ ਮੁੰਡੇ ਨੂੰ ਕੁੱਟਿਆ ਜੀ। ਜਲੰਧਰ ਦੇ ਵਿੱਚ ਦਿਨ ਬ ਦਿਨ ਵੱਧ ਰਹੀਆਂ ਲੁੱਟਾਂ ਖੋਹਾਂ ਅਤੇ ਹੋਰ ਕ੍ਰਾਈਮ ਦੀਆਂ ਘਟਨਾਵਾਂ ਨੂੰ ਵੇਖਦੇ ਹੋਏ ਜਿੱਥੇ ਕੱਲ੍ਹ ਜਲੰਧਰ ਦੇ ਪੁਲਿਸ ਕਮਿਸ਼ਨਰ ਨੇ ਸਾਫ਼ ਇਸ਼ਾਰਾ ਕਰ ਦਿੱਤਾ ਸੀ ਕਿ ਜਿਸ ਦੀ SHO ਦੇ ਇਲਾਕੇ ਵਿੱਚ ਕੋਈ ਵੱਡਾ ਕ੍ਰਾਈਮ ਹੋਵੇਗਾ ਉਸ ਦਾ ਜ਼ਿੰਮੇਵਾਰ ਖੁਦ ਇਸ ਇਲਾਕੇ ਦਾ SHO ਹੋਵੇਗਾ। ਉਹਨਾਂ ਕਿਹਾ ਕਿ ਜਲੰਧਰ ਵਿੱਚ ਜੇਕਰ ਕੋਈ ਵੀ ਜਲੰਧਰ ਦੀ ਅਮਨ ਸ਼ਾਂਤੀ ਅਤੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਦੇ ਸਹਿਯੋਗ ਦੀ ਗੱਲ ਵੀ ਆਖੀ। ਹਾਂਜੀ ਸਰ, ਇਹ ਜਿਹੜਾ ਸਰਚ ਅਭਿਆਨ ਚਲਾਇਆ ਗਿਆ ਇਹਦੇ ਬਾਰੇ ਕਹਿਣਾ ਸੀ। ਸਾਡੇ ਮਾਨਯੋਗ ਸਰਦਾਰ ਗੁਰਪ੍ਰੀਤ ਸਿੰਘ ਕਪੂਰ IPS ਪ੍ਰਿੰਸੀਪਲ ਜਲੰਧਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਜੋ ਸਾਨੂੰ ਵੱਖ-ਵੱਖ ਆਪਣੇ ਪੁਆਇੰਟਾਂ ਦੇ ਅੱਜ ਜਿੱਦਾਂ ਸਾਡਾ ਕਬੀਰ ਨਗਰ ਰੇਲਵੇ ਫਾਟਕ ਤੇ ਨਾਕਾ ਵਾ, ਇਹਦੇ ਨਾਲ ਹੀ ਅਸੀਂ ਜਿਹੜੀ ਸਾਡਾ ARP ਟੀਮ ਹੈ ਜਿਹੜਾ ਆਲਾ ਦੁਆਲਾ ਸ਼ੌਪ ਆ ਜਾਂ ਮਹੱਲੇਦਾਰੀ ਉਹਨਾਂ ਦੀ ਸਰਚ ਅਭਿਆਨ ਕੀਤਾ ਤੇ ਜੋ ਕੱਲੇ 2 ਵੀਲਰ ਆ ਉਹ ਅਸੀਂ ਚੈੱਕ ਕਰ ਰਹੇ, ਜਿਹੜੇ ਸਸਪੈਕਟਡ ਆ ਉਹਨਾਂ ਰੋਕ ਕੇ ਆਪਣੇ ਪੈਸ ਰਹੀ ਵੀ ਚੈੱਕ ਕਰ ਰਹੇ ਆ ਤਾਂ ਜੋ ਆਮ ਘਟਨਾ ਨਾ ਵਾਪਰ ਸਕੇ। ਤੇ ਜੋ ਇਹ ਸਾਰੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਜਗ੍ਹਾ 'ਤੇ ਨਾਕਾਬੰਦੀ ਮਾਨਯੋਗ CP ਸਾਹਿਬ ਦੇ ਅਨੁਸਾਰ ਕਰ ਰਹੇ ਹਾਂ ਤੇ ਜੋ ਇਸ ਤਰ੍ਹਾਂ ਜਿਹੜੇ ਲੋਕੀ ਅਮਨ ਚੈਨ ਦੇ ਨਾਲ ਆਪਣਾ ਕਾਰੋਬਾਰ ਕਰ ਸਕਣ। ਸਰ ਦੇਖਿਆ ਜਾਵੇ ਸਰ ਕਾਲਜ ਏਰੀਆ ਵੀ ਹੈਗੇ, ਬਸ ਸਟੂਡੈਂਟ ਵੀ ਬਹੁਤ ਹੈਗੇ ਆ, ਉਹਨਾਂ ਬਾਰੇ ਕੀ ਸਰ ਕੀ ਕਹਿਣਾ ਜੀ? ਹਾਂ ਬਿਲਕੁਲ, ਜਿਹੜੇ ਸਟੂਡੈਂਟ ਆ ਆਪਣੇ ਆਰਾਮ ਦੇ ਨਾਲ PG 'ਚ ਰਹਿਣ, ਇਹ ਨਹੀਂ ਵੀ ਆਪਣੇ ਰੋਡ 'ਤੇ ਆਣ ਕੇ ਝੁੰਡ ਬਣਾ ਕੇ। ਇਹਦੇ ਬਾਰੇ ਸਖਤੀ ਕੀਤੀ ਜਾਏ, ਉਹਨਾਂ ਨੂੰ ਕਾਉਂਸਲਿੰਗ ਕੀਤੀ ਜਾਂਦੀ ਆ ਕਿ ਤੁਸੀਂ ਆਪਣੇ ਤੁਹਾਡੇ ਮਾਂ ਪਿਓ ਨੇ ਤੁਹਾਨੂੰ ਪੜ੍ਹਨ ਵਾਸਤੇ ਭੇਜਿਆ ਤੇ ਆਪਣੇ ਕਮਰੇ 'ਚ ਬਹਿ ਕੇ ਸਟੱਡੀ ਕਰੋ, ਇਹ ਨਹੀਂ ਕਿ ਰੋਡ 'ਤੇ ਘੁੰਮੋ ਪਟਾਕੇ ਮਾਰਦੇ ਫਿਰੋ। ਇਸ ਕਰਕੇ ਉਹਨਾਂ ਨੂੰ ਸਮਝਾਇਆ। ਅੱਜ ਮੈਂ ਕਾਫੀ ਚਿਰ DAV ਕਾਲਜ ਦੇ ਸਾਹਮਣੇ ਨਾਕਾ ਲਾਇਆ ਸੀ ਜੋ ਕਾਫੀ ਬੱਚੇ ਨੇ ਇਸ ਬਾਰੇ ਪ੍ਰੇਰਨਾ ਦਿੱਤੀ। ਸਰ ਜਿਹੜੇ ਹੁੱਲੜਬਾਜ਼ੀ ਕਰਦੇ ਉਹਨਾਂ ਬਾਰੇ ਸਰ ਕੀ? ਬਿਲਕੁਲ ਜੀ, ਇਹਨਾਂ ਨੂੰ ਹੁੱਲੜਬਾਜ਼ੀ ਉਹਨਾਂ ਦੀ ਸਖਤ ਕਾਰਵਾਈ ਕੀਤੀ ਜਾਏਗੀ। ਜਲੰਧਰ ਦੇ ਟਾਂਡਾ ਰੋਡ ਦੇ ਨਜ਼ਦੀਕ ਰਹਿਣ ਵਾਲੇ ਵਰੁਣ ਟੰਡਨ ਜੋ ਕਿ ਇੱਕ ਆਰਟਿਸਟ ਹਨ, ਉਹਨਾਂ ਵੱਲੋਂ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਤੇ ਉਹਨਾਂ ਦੀ ਤਸਵੀਰ ਦੁੱਧ ਦੇ ਨਾਲ ਬਣਾਈ ਗਈ। ਇਸ ਤੇ ਵਰੁਣ ਟੰਡਨ ਨੇ ਦੱਸਿਆ ਕਿ ਉਹਨਾਂ ਨੂੰ ਇਹ ਤਸਵੀਰ ਬਣਾਉਣ ਵਿੱਚ 3 ਘੰਟੇ ਦਾ ਸਮਾਂ ਲੱਗਿਆ ਤੇ ਅੱਜ ਦੇ ਇਸ ਸ਼ੁਭ ਅਵਸਰ ਤੇ ਉਹਨਾਂ ਦੇ ਵੱਲੋਂ ਇਹ ਤਸਵੀਰ ਸਮਰਪਿਤ ਕੀਤੀ ਗਈ ਹੈ। ਸਤਿ ਸ੍ਰੀ ਅਕਾਲ ਜੀ। ਮੈਂ ਅੱਜ ਇੱਕ ਤਸਵੀਰ ਤਿਆਰ ਕੀਤੀ ਹੈ ਜੋ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਹੈ
ਔਰ ਇਹ ਤਸਵੀਰ ਖਾਸ ਤੌਰ ਤੇ ਮੈਂ 400 ਸਾਲਾ ਪ੍ਰਕਾਸ਼ ਪੁਰਬ ਤੇ ਤਿਆਰ ਕੀਤੀ ਹੈ ਔਰ ਇਸ ਤਸਵੀਰ ਨੂੰ ਬਣਾਉਣ ਲਈ ਮੈਨੂੰ 3 ਘੰਟੇ ਦਾ ਸਮਾਂ ਲੱਗਾ ਔਰ ਇਸ ਤਸਵੀਰ ਦੀ ਖਾਸ ਗੱਲ ਇਹ ਹੈ ਕਿ ਇਹ ਤਸਵੀਰ ਸਾਰੀ ਦੁੱਧ ਦੇ ਨਾਲ ਤਿਆਰ ਕੀਤੀ ਗਈ ਹੈ ਜੋ ਕਿ ਖਾਸ ਤੌਰ ਤੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਧੰਨਵਾਦ। ਤਰਨਤਾਰਨ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਦਰਬਾਰ ਸਾਹਿਬ ਦੀਵਾਨ ਹਾਲ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 401ਵੀਂ ਪ੍ਰਕਾਸ਼ ਪੁਰਬ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਕੀਰਤਨ ਦਰਬਾਰ ਵਿੱਚ ਸਿੱਖ ਪੰਥ ਦੇ ਮਹਾਨ ਰਾਗੀ ਢਾਠੀ ਕਵਿਸ਼ਰੀ ਜਥਿਆਂ ਤੋਂ ਇਲਾਵਾ ਕਥਾ ਪ੍ਰਚਾਰਕ ਵੱਲੋਂ ਭਾਗ ਲਿਆ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਗਿਆਨੀ ਸਤਪਾਲ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ। ਅੱਜ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ ਹੈ। ਧੰਨ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ 401 ਸਾਲਾ ਪ੍ਰਕਾਸ਼ ਦਿਹਾੜਾ ਹੈ, ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਬੇਅੰਤ ਸੰਗਤਾਂ ਗੁਰੂ ਘਰਾਂ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਂ ਹੋਰ ਗੁਰੂ ਅਸਥਾਨਾਂ 'ਤੇ ਨਤਮਸਤਕ ਹੋ ਰਹੀਆਂ ਨੇ। ਉੱਥੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਵਿਖੇ ਵੀ ਅੰਮ੍ਰਿਤ ਵੇਲੇ ਤੋਂ ਬੇਅੰਤ ਸੰਗਤਾਂ ਨਤਮਸਤਕ ਹੋ ਰਹੀਆਂ ਨੇ। ਇਸ ਦੇ ਸਬੰਧ ਅੰਦਰ ਜੋ ਪਰਸੋਂ ਦੇ ਰੋਜ਼ ਤੋਂ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਉਹਨਾਂ ਦੇ ਅੱਜ ਭੋਗ ਪਏ ਨੇ। ਉਪਰੰਤ ਜੋ ਅੱਜ ਸ਼ਾਮ ਤੋਂ ਜਿਹੜਾ ਧੰਨ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਅਵਤਾਰ ਦਿਹਾੜੇ ਦੇ ਸਬੰਧ ਅੰਦਰ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਵਿਖੇ ਗੁਰਮਤਿ ਸਮਾਗਮ ਰੱਖੇ ਗਏ ਨੇ, ਜਿਨ੍ਹਾਂ ਸਮਾਗਮਾਂ ਦੇ ਵਿੱਚ ਗੁਰੂ ਕੀਆਂ ਸੰਗਤਾਂ ਬੇਅੰਤ ਹੀ ਨਤਮਸਤਕ ਹੋ ਰਹੀਆਂ ਨੇ ਅਤੇ ਗੁਰਮਤਿ ਸਮਾਗਮਾਂ ਅੰਦਰ ਹਾਜ਼ਰੀਆਂ ਪਾਉਣਗੇ। ਜਿਹੜਾ ਗੁਰਮਤਿ ਸਮਾਗਮ ਜਿਹੜਾ 5 ਵਜੇ ਤੋਂ ਲੈ ਕਰਕੇ ਦੇਰ ਰਾਤ ਤੱਕ ਚੱਲੇਗਾ, ਜਿਸ ਦੇ ਵਿੱਚ ਰਾਗੀ ਢਾਡੀ ਕਥਾਵਾਚਕ ਵਿਦਵਾਨ ਬੁਲਾਰੇ ਜਿਹੜੇ ਨੇ ਉਹ ਹਾਜ਼ਰੀਆਂ ਭਰ ਰਹੇ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਸਾਹਿਬਜ਼ਾਦੇ ਨੇ। ਉਹਨਾਂ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਨਾਨਕੀ ਜੀ ਦੀ ਕੁੱਖੋਂ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ ਹੈ, ਉਸ ਅਸਥਾਨਾਂ ਤੇ ਗੁਰੂ ਸਾਹਿਬ ਜੀ ਦਾ ਅਵਤਾਰ ਹੋਇਆ। ਅਵਤਾਰ ਤੋਂ ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬੇਅੰਤ ਸਮਾਂ ਗੁਰੂ ਸਾਹਿਬ ਜੀ ਨੇ ਭਗਤੀ ਕੀਤੀ, ਪ੍ਰਮਾਤਮਾ ਦਾ ਸਿਮਰਨ ਭਜਨ ਕੀਤਾ। ਉਸ ਤੋਂ ਉਪਰੰਤ ਧੰਨ ਗੁਰੂ ਹਰਕ੍ਰਿਸ਼ਨ ਪਾਤਸ਼ਾਹ 8ਵੇਂ ਪਾਤਸ਼ਾਹ ਜਦੋਂ ਦਿੱਲੀ ਦੇ ਵਿੱਚ ਆਪਣੇ ਸਰੀਰ ਨੂੰ ਤਿਆਗਣ ਲੱਗੇ ਨੇ ਤੇ ਉਸ ਵਕਤ ਉਹਨਾਂ ਨੇ ਬਚਨ ਕੀਤਾ ਸੀ, ਬਾਬਾ ਬਸੇ ਗ੍ਰਾਮ ਬਕਾਲੇ। ਇਹਨਾਂ ਸ਼ਬਦਾਂ ਨੂੰ ਜਿਹੜਾ ਸਿੱਧ ਕਰਦਿਆਂ ਹੋਇਆਂ ਮੱਖਣ ਸ਼ਾਹ ਲਵਾਣੇ ਵੱਲੋਂ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਪ੍ਰਗਟ ਕੀਤਾ। ਪ੍ਰਗਟ ਕਰਨ ਤੋਂ ਉਪਰੰਤ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਕੌਤਕ ਕੀਤੇ, ਜਿਵੇਂ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਜਾਣਾ, ਉੱਥੇ ਬੀਬੀਆਂ ਦੀ ਸੇਵਾ ਨੂੰ ਵੇਖ ਕਰਕੇ ਮਾਈਆਂ ਰੱਬ ਰਜਾਈਆਂ ਦਾ ਬਚਨ ਕਰਨਾ। ਉਸ ਤੋਂ ਉਪਰੰਤ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਜੀ ਦੀ ਜਿਹੜੀ ਪਾਵਨ ਧਰਤੀ ਹੈ, ਜਿਹਨੂੰ ਉਸ ਵਕਤ ਮਾਖੋਵਾਲ ਦੀ ਧਰਤੀ ਨਾਮ ਦਿੱਤਾ ਗਿਆ ਸੀ, ਉਸ 22 ਧਾਰ ਦੇ ਰਾਜਿਆਂ ਦੇ ਵਿੱਚੋਂ ਉਹਨਾਂ ਦੇ ਕੋਲੋਂ ਇਹ ਜ਼ਮੀਨ ਖਰੀਦ ਕਰਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਨਗਰੀ ਨੂੰ ਵਸਾਉਣਾ। ਫਿਰ ਕਸ਼ਮੀਰੀ ਪੰਡਤਾਂ ਦੀ ਬੇਨਤੀ ਨੂੰ ਪ੍ਰਵਾਨ ਕਰ ਫੋਕਲ ਪੁਆਇੰਟ ਰੁੜਕੀ ਵਿੱਚ ਲਿਫਟਿੰਗ ਦੀ ਆ ਰਹੀ ਬਹੁਤ ਜ਼ਿਆਦਾ ਕਮੀ, ਆੜ੍ਹਤੀ ਹੋ ਰਹੇ ਹਨ ਪਰੇਸ਼ਾਨ ਅਤੇ ਖੱਜਲ ਖੁਆਰ ਕਰਨਾ ਪੈ ਰਿਹਾ ਹੈ। ਬਹੁਤ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਨ ਕਿਸਾਨ। 35000 ਕੱਟਾ ਮੰਡੀ ਵਿੱਚ ਕਣਕ ਦਾ ਆ ਚੁੱਕਾ ਹੈ, ਜਿਸ ਵਿੱਚੋਂ ਸਿਰਫ 5000 ਕੱਟਾ ਲਿਫਟਿੰਗ ਹੋਇਆ ਹੈ ਤੇ 30000 ਮੰਡੀਆਂ ਵਿੱਚ ਖੁੱਲ੍ਹੇ ਸਮਾਨ ਥੱਲੇ ਪਿਆ ਹੈ ਅਤੇ ਕਰੋੜਾਂ ਦਾ ਇਹ ਕਣਕ ਕਿਸੇ ਵੇਲੇ ਵੀ ਖਰਾਬ ਹੋ ਸਕਦੀ ਹੈ, ਕਿਉਂਕਿ ਉੱਪਰੋਂ ਬਰਸਾਤਾਂ ਦਾ ਮੌਸਮ ਹੈ। ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਤਜਿੰਦਰ ਸਿੰਘ ਜ਼ਿਮੀਂਦਾਰ ਟਰੈਕਟਰ ਦਾ ਓਨਰ ਹੈ ਜੀ। ਮਤਲਬ ਅਸੀਂ ਇਹ ਕਹਿਣਾ ਚਾਹੁੰਦੇ ਹਾਂ, ਸਾਡੇ ਇੱਥੇ ਆਪਣਾ ਮਾਰਕੀਟ ਕਮੇਟੀ ਵੱਲੋਂ ਪੁਖਤਾ ਪ੍ਰਬੰਧ ਨੇ ਤੇ ਪਰਚੇਜ ਏਜੰਸੀ ਵੇਅਰ ਹਾਊਸ ਪਈ ਹੋਈ ਹੈ, ਉਹਨਾਂ ਵੱਲੋਂ ਵੀ ਸਾਨੂੰ ਕੋਈ ਦਿੱਕਤ ਨਹੀਂ ਆ ਰਹੀ। ਸਾਨੂੰ ਦਿੱਕਤ ਆ ਰਹੀ ਹੈ ਤਾਂ ਠੇਕੇਦਾਰ ਸੁਰਿੰਦਰ ਕੁਮਾਰ ਵੱਲੋਂ, ਉਹ ਇੱਥੇ ਮਤਲਬ ਕਿ ਪੁਖਤਾ ਲਿਫਟਿੰਗ ਨਹੀਂ ਕਰ ਰਹੇ। ਸਾਡੇ ਕੋਲ ਦੇਖੋ ਤੁਸੀਂ ਕਿੰਨਾ ਮਾਲ ਸਾਰਾ ਭਰਿਆ ਪਿਆ ਹੈ, ਇੱਥੇ ਮਤਲਬ ਕੋਈ ਵੀ ਲਿਫਟਿੰਗ ਦੀ ਪ੍ਰੋਪਰ ਸੁਵਿਧਾ ਨਹੀਂ ਹੈਗੀ। ਸਰ ਕਿਤੇ ਨਾ ਕਿਤੇ ਮੌਸਮ ਵੀ ਬਹੁਤ ਜ਼ਿਆਦਾ ਖਰਾਬ ਹੋਣਾ। ਹਾਂਜੀ ਮੌਸਮ ਬਹੁਤ ਜ਼ਿਆਦਾ ਖਰਾਬ ਆ। ਅਸੀਂ ਤਰਪਾਲਾਂ ਵੀ ਲਿਆ ਕੇ ਰੱਖੀਆਂ, ਪਰ ਅਸੀਂ ਕਿੰਨਾ ਕੁ ਮਾਲ ਕਵਰ ਕਰੂੰਗੇ? ਦੇਖੋ ਤੁਸੀਂ ਸਾਰਾ ਹੀ ਮੰਡੀ ਭਰੀ ਪਈ ਹੈ, ਇੰਨਾ ਅਸੀਂ ਕਿੰਨਾ ਮਾਲ ਕਵਰ ਕਰੂੰਗੇ? ਜੇ ਇਹਨਾਂ ਵਿੱਚ ਮਤਲਬ ਇਹ ਤੇ ਬਾਅਦ ਕੋਈ ਵੀ ਮਤਲਬ ਦਿੱਕਤ ਆਉਂਦੀ, ਉਹਦਾ ਜ਼ਿੰਮੇਵਾਰ ਠੇਕੇਦਾਰ ਨੂੰ ਮੰਨਿਆ ਜਾਊਗਾ। ਸਰ ਇੱਕ ਵਾਰੀ ਮੈਂ ਪਿਛਲੇ ਸਾਲ ਵੀ ਆੜ੍ਹਤੀ ਐਸੋਸੀਏਸ਼ਨ ਨੇ ਇਹ ਕਿਹਾ ਸੀਗਾ ਵੀ ਇਸ ਠੇਕੇਦਾਰ ਨੂੰ ਠੇਕਾ ਨਾ ਦਿੱਤਾ ਜਾਵੇ। ਬਹੁਤ ਵਿਵਾਦਾਂ 'ਚ ਰਹੇ ਨੇ, ਦੁਬਾਰਾ ਫੇਰ ਕਿਉਂ ਗੌਰਮੈਂਟ ਇਹਨੂੰ ਵਾਰ-ਵਾਰ ਠੇਕਾ ਦਿੰਦੀ? ਪਤਾ ਨਹੀਂ ਜੀ, ਇਹ ਤਾਂ ਮਹਿਕਮੇ ਵੱਲੋਂ ਹੈ ਜੀ। ਅਸੀਂ ਤਾਂ ਹਰ ਵਾਰ ਆਹੀ ਕਹਿੰਦੇ ਵੀ ਇਹਨੂੰ ਠੇਕਾ ਨਾ ਦਿੱਤਾ ਜਾਵੇ। ਹਰ ਵਾਰ ਇਹ ਗੱਡੀਆਂ ਨੂੰ ਦੇਣ ਨੂੰ ਤੰਗ ਕਰਦਾ, ਫਿਰ ਵੀ ਇਹਨੂੰ ਠੇਕਾ ਦਿੱਤਾ ਜਾਂਦਾ।
ਹੁਣ ਅਸੀਂ ਵੀ ਦੱਸੋ ਕਿਆ ਕਰੀਏ, ਅਸੀਂ ਤਾਂ ਕੁਝ ਨਹੀਂ ਕਰ ਸਕਦੇ ਇਹਦੇ 'ਚ, ਤਾਂ ਡਿਪਾਰਟਮੈਂਟ ਦਾ ਹੈ ਜੋ ਵੀ ਹੈ। ਤੁਸੀਂ ਕੀ ਮੰਗ ਕਰਦੇ ਹੋ ਡਿਪਾਰਟਮੈਂਟ ਤੋਂ? ਅਸੀਂ ਡਿਪਾਰਟਮੈਂਟ ਤੇ ਇਹੀ ਮੰਗ ਕਰਦੇ ਹਾਂ, ਜਾਂ ਤਾਂ ਇਹਨੂੰ ਖਿੱਚਿਆ ਜਾਵੇ ਸਵਾਰ ਕੇ ਵੀ ਭਾਈ ਸਾਡੀ ਲਿਫਟਿੰਗ ਪੁਖਤਾ ਕਰੀ ਜਾਵੇ, ਨਹੀਂ ਤਾਂ ਇਹਦਾ ਬਲੈਕ ਲਿਸਟ ਕੀਤਾ ਜਾਵੇ, ਇਹਨੂੰ ਅਗਲੀ ਵਾਰ ਠੇਕਾ ਨਾ ਦਿੱਤਾ ਜਾਵੇ। ਅੱਜ ਨਕੋਦਰ ਵਿੱਚ ਵਿਧਾਇਕ ਇੰਦਰਜੀਤ ਕੌਰ ਦੀ ਅਗਵਾਈ ਵਿੱਚ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਸਾਹਿਬਾਨਾਂ ਅਤੇ ਅਧਿਆਪਕ ਸਾਹਿਬਾਨਾਂ ਦੇ ਨਾਲ ਮੀਟਿੰਗ ਹੋਈ। ਇਸ ਗੱਲ ਤੇ ਚਰਚਾ ਕੀਤੀ ਗਈ ਕਿ ਕਿਸ ਤਰ੍ਹਾਂ ਸਰਕਾਰੀ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਵਧਾਈ ਜਾਵੇ। ਵਿਧਾਇਕ ਨੇ ਭਰੋਸਾ ਦਿੱਤਾ ਕਿ ਸਕੂਲਾਂ ਤੇ ਕਾਲਜਾਂ ਸੰਬੰਧੀ ਜੋ ਵੀ ਮੁਸ਼ਕਲ ਆਵੇਗੀ ਉਸ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਅੱਜ ਸਾਡੇ ਮਾਨਯੋਗ ਨਕੋਦਰ ਹਲਕਾ ਦੇ ਵਿਧਾਇਕ ਸ਼੍ਰੀਮਤੀ ਇੰਦਰਜੀਤ ਕੌਰ ਮਾਨ ਜੀ ਵੱਲੋਂ ਸਮੂਹ ਹਲਕੇ ਦੇ ਜਿੰਨੇ ਸੀਨੀਅਰ ਸੈਕੰਡਰੀ ਸਕੂਲ ਨੇ, ਹਾਈ ਸਕੂਲ ਨੇ, ਈਵਨ ਕਿ ਜਿਹੜੇ ਸਾਡੇ CST ਸਾਹਿਬਾਨ ਨੇ, ਸਾਡੇ BNO ਸਾਹਿਬਾਨ ਨੇ, ਉਹਨਾਂ ਨਾਲ ਜਿਹੜੀ ਹੈਗੀ ਹੈ ਸਿੱਧੇ ਤੌਰ ਤੇ ਮੀਟਿੰਗ ਕੀਤੀ ਗਈ ਹੈਗੀ ਹੈ ਅਤੇ ਸੈਸ਼ਨ 2022-23 ਲਈ ਜਿਹੜੀ ਦਾਖਲਾ ਮੁਹਿੰਮ ਹੈਗੀ ਹੈ ਉਹਨੂੰ ਬਹੁਤ ਹੀ ਐਨਰਜੀ ਦੇ ਨਾਲ ਜਿਹੜਾ ਹੈਗਾ ਸ਼ੁਰੂ ਕੀਤਾ ਗਿਆ ਹੈਗਾ। ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲੇ ਅਤੇ ਇਸ ਵੇਲੇ ਜੋ ਸਰਕਾਰ ਦੀ ਪਾਲਿਸੀ ਹੈ ਉਹਨਾਂ ਬਾਰੇ ਸਾਰਿਆਂ ਨੂੰ ਜਾਣੂ ਕਰਵਾਇਆ ਗਿਆ ਹੈਗਾ ਅਤੇ ਵੱਧ ਤੋਂ ਵੱਧ ਜਿਹੜੇ ਬੱਚੇ ਉਹਨਾਂ ਦੇ ਮਾਪਿਆਂ ਨੂੰ ਜੋ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਉਹਨਾਂ ਬਾਰੇ ਜਾਣੂ ਕਰਵਾ ਕੇ ਸਰਕਾਰੀ ਸਕੂਲਾਂ ਦੇ ਵਿੱਚ ਅਤੇ ਸਰਕਾਰੀ ਕਾਲਜ ਦੇ ਵਿੱਚ ਦਾਖਲੇ ਕਰਵਾਉਣ ਵਾਸਤੇ ਜਿਹੜਾ ਹੈ ਪ੍ਰੇਰਿਤ ਕੀਤਾ ਗਿਆ ਹੈਗਾ ਅਤੇ ਉਸੇ ਮੁਹਿੰਮ ਦੇ ਤਹਿਤ ਹੀ ਜਿਹੜੀ ਸਪੈਸ਼ਲ ਇੱਕ ਕੈਂਪੇਨ ਦੇ ਤਹਿਤ ਇਹ ਵਹੀਕਲ ਜਿਹੜੇ ਨੇ ਰਵਾਨਾ ਕੀਤੇ ਜਾ ਰਹੇ ਨੇ ਔਰ ਉਚੇਚੇ ਤੌਰ ਤੇ ਸਾਰੇ ਪਬਲਿਸਿਟੀ ਰਾਹੀਂ ਅਤੇ ਨਾਲ ਉਹਨਾਂ ਦੇ ਮਾਪਿਆਂ ਰਾਹੀਂ, ਕਮੇਟੀਆਂ ਰਾਹੀਂ, ਪਤਵੰਤੇ ਸੱਜਣਾਂ ਰਾਹੀਂ ਔਰ NRIs ਰਾਹੀਂ ਸਕੂਲਾਂ ਦੀ ਮਦਦ ਲਈ ਅਤੇ ਵੱਧ ਤੋਂ ਵੱਧ ਜਿਹੜੀ ਐਨਰੋਲਮੈਂਟ ਕਰਨ ਵਾਸਤੇ ਨੇ ਉਹ ਸਾਰਿਆਂ ਨੂੰ ਪ੍ਰੇਰਿਤ ਕੀਤਾ ਗਿਆ। ਤੇ ਕੀ ਸਮੱਸਿਆ ਜਿਹੜੀਆਂ ਦੱਸੀਆਂ ਗਈਆਂ MLA ਸਾਹਿਬ ਨੂੰ? ਸਮੱਸਿਆ ਬਾਰੇ ਸਾਡੇ ਮਾਨਯੋਗ MLA ਸਾਹਿਬ ਨੇ ਆਪ ਜੀ ਨੂੰ ਜਾਣੂ ਕਰਵਾਇਆ ਹੈਗਾ ਕਿ ਸਰਕਾਰ ਵੱਲੋਂ ਵੱਡੇ ਪੱਧਰ ਤੇ ਜਿਸ ਤਰ੍ਹਾਂ ਭਰਤੀ ਅਤੇ ਜਿੰਨੀਆਂ ਵੀ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਉਹਨਾਂ ਦੀ ਪਾਲਿਸੀ ਬਾਰੇ ਮਾਨਯੋਗ MLA ਸਾਹਿਬ ਵੱਲੋਂ ਆਪ ਜੀ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ। ਠੀਕ ਹੈ ਮੈਮ ਅੱਜ ਮੀਟਿੰਗ ਕੀਤੀ ਗਈ, ਕੀ ਕਹਿਣਾ ਚਾਹੋਗੇ? ਅੱਜ ਪੂਰੇ ਹਲਕੇ ਦੇ ਨਾਂ ਹੋ ਕੇ ਤਕਰੀਬਨ 3 ਬਲਾਕਸ ਜਿਨ੍ਹਾਂ ਦੀ ਇਹ ਮੀਟਿੰਗ ਕੀਤੀ ਗਈ ਆ ਸਾਡੇ ਸਰਕਾਰੀ ਸਕੂਲਾਂ ਦੀ ਇਨਰੋਲਮੈਂਟ ਵਧਾਉਣ ਦੇ ਵਾਸਤੇ, ਇਨਰੋਲਮੈਂਟ ਲਈ ਇਹਨਾਂ ਨੂੰ ਹੱਲਾਸ਼ੇਰੀ ਦੇਣ ਵਾਸਤੇ, ਉਹਨਾਂ ਦੇ ਜੋ ਵੀ ਅਰੇਂਜਮੈਂਟਸ ਉਹ ਕਰਨਾ ਚਾਹੁੰਦੇ ਆ ਹੋਰ ਅੱਗੇ ਕਰਨ ਵਾਸਤੇ, ਉਹਦੇ ਵਾਸਤੇ ਇਹ ਰੱਖਿਆ ਗਈ ਸੀ ਮੀਟਿੰਗ। ਨਾਲ ਦੀ ਨਾਲ ਪ੍ਰੀ ਨਰਸਰੀ ਤੋਂ ਲੈ ਕੇ ਗਵਰਨਮੈਂਟ ਕਾਲਜ ਤੱਕ ਦੀ ਸਾਰੀ ਇਨਰੋਲਮੈਂਟ ਹੈ ਉਹਦੇ ਬਾਰੇ ਦੇ ਵਿੱਚ ਅੱਜ ਸਭ ਨਾਲ ਡਿਸਕਸ਼ਨ ਹੋਈ ਹੈ। ਸਾਰਿਆਂ ਨੂੰ ਮੋਟੀਵੇਟ ਕੀਤਾ, ਉਹਨਾਂ ਨੇ ਆਪਣੀਆਂ ਪ੍ਰੋਬਲਮਸ ਦੱਸੀਆਂ ਔਰ ਸਿਰਫ ਤੇ ਸਿਰਫ ਅਸੀਂ ਚਾਹੁੰਦੇ ਹਾਂ ਕਿ ਸਰਕਾਰੀ ਤੰਤਰ ਜਿਹੜਾ ਨੂੰ ਬਹੁਤ ਮਜ਼ਬੂਤ ਕੀਤਾ ਜਾਵੇ, ਸਰਕਾਰੀ ਐਜੂਕੇਸ਼ਨ 'ਤੇ ਖਾਸ ਤਵੱਜੋ ਹੋਵੇ ਔਰ ਲੋਕ ਇਨਵੋਲਵ ਹੋਣ ਵੱਧ ਤੋਂ ਵੱਧ ਤਾਂ ਕਿ ਇਹਨੂੰ ਅਸੀਂ ਪਹਿਲੇ ਦਰਜੇ ਦਾ ਪੰਜਾਬ ਦੇ ਵਿੱਚ ਕਰ ਸਕੀਏ, ਸਿਰਫ ਤੇ ਸਿਰਫ ਸਰਕਾਰੀ। ਮੈਮ ਜਿਵੇਂ ਕਿ ਕਈ ਸਰਕਾਰੀ ਸਕੂਲਾਂ ਦੇ ਵਿੱਚ ਹਜੇ ਵੀ ਦੇਖਣ ਦੇ ਵਿੱਚ ਆ ਰਿਹਾ ਬੱਚੇ ਜ਼ਿਆਦਾ ਹੈਗੇ ਪਰ ਟੀਚਰ ਹੈ ਨਹੀਂ ਗੇ, ਕੀ ਕਹਿਣਾ ਚਾਹੋਗੇ? ਉਹ ਸਰਕਾਰ ਨੇ, ਤੁਹਾਨੂੰ ਪਤਾ ਕਿ ਸਰਕਾਰ ਦੇ ਮੁੱਖ ਏਜੰਡੇ 2 ਨੇ, ਹੈਲਥ ਤੇ ਐਜੂਕੇਸ਼ਨ। ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੈਗੀ ਆ ਰਿਕਰੂਟਮੈਂਟ ਕੀਤੀ ਜਾਏਗੀ। ਪਹਿਲੇ 25,000 ਦੇ ਵਿੱਚ ਵੀ ਟੀਚਰਸ ਦੀਆਂ ਅਸਾਮੀਆਂ ਨੇ, ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਰਿਕਰੂਟਮੈਂਟ ਹੋਏਗੀ। ਉਹਦੇ ਵਿੱਚ ਇਸੇ ਤਰ੍ਹਾਂ ਹੀ ਵੱਖ-ਵੱਖ ਡਿਪਾਰਟਮੈਂਟਸ ਨੂੰ ਲਾ ਕੇ ਆਉਣ ਵਾਲੇ ਟਾਈਮ ਵਿੱਚ ਕਰਦੇ ਰਹਾਂਗੇ। ਇਹ ਨਹੀਂ ਕਿ ਇੱਕ ਵਾਰੀ ਹੋ ਗਿਆ, 2 ਵਾਰੀ ਹੋ ਗਿਆ, ਇਹਨੂੰ ਟਾਈਮ ਲੱਗੇਗਾ ਥੋੜ੍ਹਾ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਲ ਲੱਗ ਜਾਏ, 6 ਮਹੀਨੇ ਲੱਗ ਜਾਣ, 2 ਸਾਲ ਲੱਗ ਜਾਣ, ਪਰ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜੀ ਆ ਸਾਡਾ ਇੱਕ ਖਲਾਅ ਪੈਦਾ ਹੋ ਗਿਆ ਸੀ ਜਿਹੜਾ ਸਿਰਫ ਤੇ ਸਿਰਫ ਸਾਡੇ ਕੋਲ ਟੀਚਰਸ ਹੀ ਪੂਰੇ ਨਹੀਂ ਹੈ ਸਕੂਲਾਂ ਦੇ ਵਿੱਚ। ਪੂਰੇ ਤਾਂ ਕੀ ਬਿਲਕੁਲ ਹੀ ਕਈ ਸਕੂਲ ਜਿਹੜੇ ਅੱਜ ਇੱਕ ਮੇਰੀ ਕਿਤੇ ਗੱਲ ਹੋਈ ਸੀ ਮੇਰੇ ਦਿਮਾਗ 'ਚੋਂ ਨਿਕਲ ਗਿਆ ਕਿ ਵੀ ਟੀਚਰਲੈਸ ਸਕੂਲ ਨੇ, ਜਿੱਥੇ ਇੱਕ ਵੀ ਟੀਚਰ ਨਹੀਂ ਵੱਜਦੇ, ਜਿਹੜੇ ਡੈਪੂਟੇਸ਼ਨ ਤੇ ਆਏ ਜੇ ਚਲੇ ਜਾਂਦੇ ਨੇ ਉੱਥੇ ਕੋਈ ਟੀਚਰ ਨਹੀਂ ਹੈ। ਫਿਰ ਜਾਂ ਜਿਹੜੇ ਸੀਨੀਅਰਟੀ ਵਾਲੇ ਨੇ ਉਹ ਚਲੇ ਜਾਂਦੇ ਤਾਂ ਕੋਈ ਟੀਚਰ ਨਹੀਂ ਹੈ, ਜਾਂ ਕੋਈ ਟਰਾਂਸਫਰ ਕਰਵਾ ਕੇ ਟਰਾਂਸਫਰ ਲਈ ਉਹਨਾਂ ਨੇ ਐਪਲੀਕੇਸ਼ਨਾਂ ਦਿੱਤੀਆਂ ਹੋਈਆਂ। ਅਦਰਵਾਈਜ਼ ਜੇ ਪੰਜ ਸਕੂਲਾਂ ਦੇ ਉਹ ਟੀਚਰ ਨੇ ਜੇ ਛੱਡ ਕੇ ਚਲੇ ਜਾਂਦੇ ਤਾਂ ਐਟਲੀਸਟ 5 ਸਕੂਲ ਜਿਹੜੇ ਉਹ ਟੀਚਰਾਂ ਤੋਂ ਬਿਨਾਂ ਹੋ ਜਾਣਗੇ। ਵੱਡੀ ਸਮੱਸਿਆ ਆ, ਵੱਡੀਆਂ ਪ੍ਰੋਬਲਮਸ ਨੇ, ਇਹਨਾਂ ਦਾ ਗਵਰਨਮੈਂਟ ਜਿਹੜੀ ਉਹ ਪੂਰੀ ਆ ਮੁਸ਼ਤੈਦੀ ਦੇ ਨਾਲ ਇਹਨਾਂ ਦਾ ਹੱਲ ਕੱਢਣ 'ਤੇ ਲੱਗੀ ਹੋਈ। ਮੈਮ ਜਿਵੇਂ ਕਿ ਹਜੇ ਵੀ ਦੇਖਣ ਦੇ ਵਿੱਚ ਆ ਰਿਹਾ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਜ਼ਿਆਦਾ ਆ ਪਰ ਸਰਕਾਰੀ ਸਕੂਲਾਂ 'ਚ ਘੱਟ ਹੈ, ਕੀ ਕਹਿਣਾ ਚਾਹੋਗੇ? ਉਹੀ ਗੱਲ ਨਾ ਕਿ ਜਦੋਂ ਸਾਡੇ ਕੋਲ ਸਟਾਫ ਹੀ ਨਹੀਂ ਹੈ, ਅਸੀਂ ਚਾਹੁੰਦੇ ਹੋਏ ਵੀ ਕੁਆਲਿਟੀ ਐਜੂਕੇਸ਼ਨ ਨਹੀਂ ਦੇ ਸਕਦੇ ਤੇ ਫਿਰ ਲੋਕ ਤਾਂ ਚਾਹਣਗੇ ਪ੍ਰਾਈਵੇਟ ਸਕੂਲ। ਉਹਦੇ ਵਾਸਤੇ ਹੀ ਅੱਜ ਦਾ ਇਹ ਪ੍ਰੋਗਰਾਮ ਰੱਖਿਆ ਸੀ ਕਿ ਇਨਰੋਲਮੈਂਟ 'ਤੇ ਜ਼ੋਰ ਦਿੱਤਾ ਜਾਵੇ ਤਾਂ ਕਿ ਟੀਚਰਸ ਦੀ ਭਰਤੀ ਹੋ ਰਹੀ ਆ, ਲਗਾਤਾਰ ਹੋਏਗੀ ਆਉਣ ਵਾਲੇ ਟਾਈਮ ਦੇ ਵਿੱਚ। ਇਸ ਕਰਕੇ ਸਭ ਨੂੰ ਲੋਕਾਂ ਨੂੰ ਮੋਟੀਵੇਸ਼ਨ ਵਾਸਤੇ ਕਿ ਵੀ ਤੁਸੀਂ ਸਰਕਾਰੀ ਸਕੂਲਾਂ ਦੇ ਵਿੱਚ ਆਪਣੇ ਬੱਚੇ ਦਾਖਲ ਕਰਵਾਓ, ਤਾਂ ਹੀ ਅੱਜ ਦਾ ਪ੍ਰੋਗਰਾਮ ਰੱਖਿਆ ਸੀ। ਮੈਮ ਜਿਵੇਂ ਕਿ ਹਜੇ ਵੀ ਕਈ ਸਕੂਲਾਂ ਦੇ ਵਿੱਚ ਪ੍ਰਾਈਵੇਟਾਂ ਦੇ ਵਿੱਚ ਕਿਤਾਬਾਂ ਵਗੈਰਾ ਵਿਕ ਰਹੀਆਂ, ਉੱਤੇ ਕੋਈ ਐਕਸ਼ਨ ਲਿਆ ਜਾਊਗਾ? ਸਰਕਾਰ ਨੇ ਇੱਕ ਕਮੇਟੀ ਬਣਾ ਦਿੱਤੀ ਹੋਈ ਹੈ
ਜਿਹੜੀ ਪੰਜਾਬ ਦੇ 720 ਸਕੂਲਾਂ ਦਾ ਜਿਹੜੀ ਨਾ ਉਹ ਇਨਕੁਆਇਰੀਆਂ ਹੋਣਗੀਆਂ ਕਿ ਉਹਨਾਂ ਨੇ ਕਿਹੜੀਆਂ ਸਰਕਾਰ ਦੇ ਹੁਕਮਾਂ ਦੇ ਬਾਵਜੂਦ ਵੀ ਜੇ ਉਹਨਾਂ ਨੇ ਕੋਈ ਬੇਨਿਯਮੀਆਂ ਕੀਤੀਆਂ ਤੇ ਉਹਨਾਂ ਤੇ ਕਾਰਵਾਈ ਹੋਏਗੀ। ਪਠਾਨਕੋਟ ਦੇ ਪਿੰਡ ਡਡਬਾਲ ਵਿੱਚ ਕਿਸਾਨਾਂ ਦੀ 40 ਏਕੜ ਫਸਲ ਸੜ ਕੇ ਸੁਆਹ ਹੋ ਗਈ। ਕਿਸਾਨਾਂ ਨੇ ਕਿਹਾ ਕਿ ਸਮੇਂ ਰਹਿੰਦੇ ਉਹਨਾਂ ਨੇ ਅੱਗ ਬੁਝਾਊ ਦਸਤਿਆਂ ਨੂੰ ਸੂਚਿਤ ਕਰ ਦਿੱਤਾ ਸੀ, ਪਰ ਉਹ ਲੇਟ ਪਹੁੰਚੇ। ਉਦੋਂ ਤੱਕ ਕਣਕ ਸੜ ਕੇ ਸੁਆਹ ਹੋ ਚੁੱਕੀ ਸੀ। ਕਿਸਾਨਾਂ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਉਹਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਪਿੰਡ ਢੋਹਾਲ ਦਾ ਰਹਿਣਾ ਦਾ ਇੱਕ ਛੋਟੇ ਕਿਸਾਨ ਹੋਣ ਦੇ ਨਾਤੇ ਸਾਡੇ ਇੱਥੇ ਫਸਲ ਦਾ ਬੜਾ ਨੁਕਸਾਨ ਹੋਇਆ ਪਿੰਡ ਢੋਹਾਲ ਦੇ ਵਿੱਚ, ਜਿਹੜੀ ਕਿ ਅੱਜ ਦੁਪਹਿਰ ਅੱਗ ਲੱਗ ਗਈ ਆ ਤੇ ਪ੍ਰਸ਼ਾਸਨ ਦੀ ਇੰਨੀ ਕੁ ਢਿੱਲ ਹੈ ਕਿ ਇੰਨੀਆਂ ਲੇਟ ਮਸ਼ੀਨਾਂ ਆਈਆਂ ਕਿ ਦੱਸ ਨਹੀਂ ਤੁਹਾਨੂੰ ਸਕਦੇ। ਜਿਹੜੀਆਂ ਇਹ ਅੱਗ ਬੁਝਾਉਣ ਦੇ ਫਾਇਰ ਬ੍ਰਿਗੇਡ ਆ ਕਿ ਹੁਣ ਇਹ ਪਹੁੰਚ ਰਹੀਆਂ, ਕਿੰਨੇ ਕਿੱਲੇ ਸੜ ਕੇ ਸਵਾਹ ਹੋ ਗਏ ਆ। ਤੇ ਇਸ ਕਾਰਨ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਜਦ ਤੱਕ ਇਹ ਫਸਲਾਂ ਨਹੀਂ ਵਢਾਉਂਦੀਆਂ ਤਦ ਕਿ ਫਾਇਰ ਬ੍ਰਿਗੇਡ ਤਿਆਰ ਰਹਿਣਾ ਚਾਹੀਦਾ। ਜੋ ਕਿਸਾਨਾਂ ਦਾ ਨੁਕਸਾਨ ਹੋਇਆ ਇਹਨਾਂ ਦਾ ਮੁਆਵਜ਼ਾ। ਸਰਪੰਚ ਡੱਡਵਾਂ ਝਿਗਲੀ ਤੋਂ ਤੇ ਸਾਨੂੰ ਥੋੜ੍ਹੇ ਟਾਈਮ ਪਤਾ ਲੱਗਾ ਵੀ ਇਹ 3-4 ਪਿੰਡਾਂ ਜਿਹੀਆਂ ਢਡਵਾਲ ਮੋੜ ਤੇ ਆਪਣਾ ਭੋ ਇਹ ਪਲਾਈ 'ਚ ਵੀ ਆਉਂਦੀ ਜਗ੍ਹਾ ਤੇ ਇੱਥੇ ਕੋਈ 30-40 ਕਿੱਲੇ ਦਾ ਪੈਲੀ ਦਾ ਨੁਕਸਾਨ ਹੋਈ ਆ ਤੇ ਜ਼ਿਮੀਂਦਾਰਾਂ ਦੇ ਅੱਗੇ ਬੜਾ ਖਰਚਾ ਹੁੰਦਾ ਪੈਲੀਆਂ ਕਿਹਨਾਂ ਕਣਕਾਂ ਦਾ ਤੇ ਜ਼ਿਮੀਂਦਾਰਾਂ ਦੇ ਮਯੂਸੀ ਚਿਹਰੇ ਪਰ ਹੁੰਦੀ ਹੈ। ਹੁਣ ਤਾਂ ਅੱਗ ਲੱਗਦੀ ਹੈ, ਬੜਾ ਨੁਕਸਾਨ ਹੋਇਆ। ਅਸੀਂ ਤਾਂ ਇਹ ਸਰਕਾਰ ਅੱਗੇ ਕਰਨੇ ਆ ਵੀ ਜਿਹੜੇ ਜ਼ਿਮੀਂਦਾਰ ਨੇ ਵਿਚਾਰੇ ਜਲਦੀ ਤੋਂ ਜਲਦੀ ਮੁਆਵਜ਼ਾ ਦਿੱਤਾ ਜਾ, ਜੋ ਵੀ ਉਹਦਾ ਹੱਕ ਬਣਦਾ ਹੈਗਾ। ਦੋਸਤੋ, ਇਸ ਸੁਣਾਈ ਦੇ ਖਬਰਾਂ ਕੱਲ ਫਿਰ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਤੇ। ਤਦ ਤੱਕ ਲਈ ਕੁਲਵੰਤ ਗਿੱਲ ਨੂੰ ਇਜਾਜ਼ਤ ਦਿਓ। ਰੱਬ ਰਾਖਾ।